ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਦਰਸ਼ਕਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ BC ਦੇ ਵਿੱਚ ਹੈਲਥ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਪਾਈਆਂ ਜਾ ਰਹੀਆਂ ਸੀ, ਜਿਹਦੇ ਵਿੱਚ ਇੱਕ ਮੁੱਖ ਨਿਊਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਹੈਲਥ ਵਰਕਰ ਨੇ, ਖਾਸ ਕਰਕੇ ਨਰਸਾਂ, ਉਹਨਾਂ ਦੇ ਉੱਤੇ ਆਮ ਲੋਕਾਂ ਦੇ ਵੱਲੋਂ ਸ਼ਰੇਆਮ ਅਟੈਕ ਕੀਤੇ ਜਾਂਦੇ ਨੇ, ਉਹਨਾਂ ਨਾਲ ਗਾਲੀ ਗਲੋਚ ਕੀਤੀ ਜਾਂਦੀ ਹੈ, ਥੁੱਕਿਆ ਜਾਂਦਾ ਉਹਨਾਂ ਦੇ ਉੱਤੇ। ਪਰ ਇਸ ਚੀਜ਼ ਨੂੰ ਰੋਕਿਆ ਕਿਵੇਂ ਜਾਣਾ ਚਾਹੀਦਾ, ਕਿਉਂ ਲੋਕ ਆਪਣਾ ਗੁੱਸਾ ਇਹਨਾਂ ਦੇ ਉੱਤੇ ਕੱਢ ਰਹੇ ਆ, ਇਸ ਸੰਬੰਧੀ ਅਸੀਂ ਅੱਜ ਗੱਲਬਾਤ ਕੀਤੀ। ਇਸ ਗੱਲਬਾਤ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕੁਝ ਨਿਕਲ ਕੇ ਸਾਹਮਣੇ ਆਇਆ। ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਕੈਨੇਡਾ ਦੀਆਂ ਨਰਸਾਂ ਤੇ ਆਮ ਲੋਕ ਕਿਉਂ ਕਰ ਰਹੇ ਨੇ ਹਮਲੇ? ਡਾਕਟਰ ਨਰਸਾਂ ਦੀ ਸੁਰੱਖਿਆ ਕਿਸ ਦੇ ਭਰੋਸੇ? ਹੈਲਥ ਕੇਅਰ ਵਰਕਰਾਂ ਤੇ ਹਮਲੇ ਹੋਣ ਸੰਬੰਧੀ BC ਸਰਕਾਰ ਬੇਖਬਰ, ਕਦੋਂ ਹੋਵੇਗੀ ਹੈਲਥ ਕੇਅਰ ਵਰਕਰਾਂ ਦੀ ਨਵੀਂ ਭਰਤੀ? ਮੰਗ ਘਟਣ ਕਾਰਨ ਐਪਲ ਆਈਫੋਨ 에ਅਰਪੋਰਟ ਦੇ ਉਤਪਾਦਨ ਦੇ ਵਿੱਚ ਕਰੇਗਾ ਕਟੌਤੀ। ਚੀਨ ਦੇ ਵਿੱਚ ਲਾਕਡਾਊਨ ਤੇ ਯੂਕਰੇਨ ਦੇ ਹਾਲਾਤ ਦੱਸੇ ਜਾ ਰਹੇ ਨੇ ਕਾਰਨ। ਜਿਹਦੇ ਖਬਰਾਂ ਵਿਸਥਾਰ ਦੇ ਨਾਲ। ਔਰ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਪਿਛਲੇ 30 ਸਾਲਾਂ ਤੋਂ ਅਜਿਹੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਨਰਸਾਂ ਦੇ ਉੱਤੇ ਹੈ ਜਿਹੜਾ ਆਮ ਲੋਕਾਂ ਦੇ ਵੱਲੋਂ ਉਹਨਾਂ ਨਾਲ ਵਾਇਲੈਂਸ ਕੀਤੀ ਜਾਂਦੀ ਹੈ, ਯਾਨੀ ਕਿ ਗਾਲੀ ਗਲੋਚ ਹੁੰਦੀ ਹੈ, ਉਹਨਾਂ ਦੇ ਉੱਤੇ ਥੁੱਕਿਆ ਜਾਂਦਾ ਹੈ, ਉਹਨਾਂ ਦੇ ਨਾਲ ਧੱਕਾ ਮੁੱਕੀ ਕੀਤੀ ਜਾਂਦੀ ਹੈ। ਆਮ ਲੋਕ ਨਰਸਾਂ ਦੇ ਉੱਤੇ ਗੁੱਸਾ ਇੰਨੇ ਸਾਲਾਂ ਤੋਂ ਕਿਉਂ ਕੱਢਦੇ ਆ ਰਹੇ ਨੇ? ਕਾਰਨ ਕੀ ਹੈ ਇਸ ਪਿੱਛੇ? क्यों इन्नी वायलेंस हो रही है? तो क्यों BC सरकार जी है वो ये बारे कुछ सोच क्यों नहीं पा रही? क्यों इस सिक्योरिटी के कोताही वरती जा रही है? इस संबंधी असी गलबात की BC नर्सिंग यूनियन की प्रधान अमन गरेवाल दे नाल। आओ देखते हैं उन्हां दा इस बाबत की कुछ कहना है। ਸਿਹਤ ਕਰਮਚਾਰੀਆਂ ਨੂੰ ਲੈ ਕੇ ਬਹੁਤ ਸਾਰੀਆਂ ਅਜਿਹੀਆਂ ਰਿਪੋਰਟਾਂ ਆਈਆਂ ਨੇ ਕਿ ਉਹ ਪਰੇਸ਼ਾਨ ਹੋ ਰਹੇ ਨੇ, ਖੁਦ ਮੈਂਟਲ ਹੈਲਥ ਦਾ ਸ਼ਿਕਾਰ ਹੋ ਰਹੇ ਨੇ। ਉਹਨਾਂ ਡਾਕਟਰਾਂ ਨੇ ਜਿਨ੍ਹਾਂ ਨੇ ਮਰੀਜ਼ਾਂ ਦਾ ਇਲਾਜ ਕਰਨਾ ਹੈ, ਉਹ ਖੁਦ ਮਰੀਜ਼ ਹੋ ਰਹੇ ਨੇ। ਉਹਦੇ ਪਿੱਛੇ ਕਾਰਨ ਕੀ ਹੈ? ਕਿਉਂ ਇੱਦਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ? ਔਰ ਖਾਸ ਕਰਕੇ ਲੋਕ ਆਪਣਾ ਗੁੱਸਾ ਡਾਕਟਰਾਂ ਤੇ ਨਰਸਾਂ ਦੇ ਉੱਤੇ ਕਿਉਂ ਕੱਢ ਰਹੇ ਨੇ? ਕਿਉਂ ਵਾਇਲੈਂਸ ਹੋ ਰਹੀ ਹੈ? ਇਹ ਬਹੁਤ ਹੀ ਲੰਬੇ ਸਮੇਂ ਤੋਂ ਇਸ ਚੀਜ਼ ਦੀ ਮੰਗ ਕੀਤੀ ਜਾ ਰਹੀ ਸੀ ਕਿ ਵਾਇਲੈਂਸ ਰੁਕਣੀ ਚਾਹੀਦੀ ਹੈ। ਡਾਕਟਰਾਂ ਨੂੰ, ਨਰਸਾਂ ਨੂੰ, ਸਿਹਤ ਕਰਮਚਾਰੀਆਂ ਨੂੰ ਕਿਤੇ ਨਾ ਕਿਤੇ ਸਿਕਿਉਰਿਟੀ ਮਿਲਣੀ ਚਾਹੀਦੀ ਹੈ, ਪਰ ਅਜਿਹਾ ਹਜੇ ਤੱਕ ਨਹੀਂ ਹੋ ਰਿਹਾ। ਸਾਡੇ ਨਾਲ BC ਨਰਸਿੰਗ ਯੂਨੀਅਨ ਦੇ ਪ੍ਰਧਾਨ ਅਮਨ गरेवाल जुड़े हुए हैं, उन्होंने नाल इस संबंधी गलबात करांगे। अमन जी, ये बहुत ही पुराना मुद्दा जिहड़ा तुसीं बहुत वारी चुक चुके हो। डॉक्टरां दी जिहड़ी है अलग तरह की मैंटल हैल्थ का शिकार डॉक्टर, नर्सां, हैल्थ वर्कर हो रहे हैं, तो लोग उन्हां दे उत्ते ही अपना गुस्सा कढ रहे हैं। की इहदे रीजन मन्ने जा रहे हैं? क्यों इदां ਦੀਆਂ ਰਿਪੋਰਟਾਂ आ रਹੀਆਂ ਨੇ? ਥੈਂਕ ਯੂ। ਕਈ ਹੈਗੇ ਆ ਰੀਜ਼ਨਸ ਕਾਹਤੇ ਇਹ ਕਰਦੇ ਆ। ਕਈ ਤਾਂ ਹੈਗਾ ਆ ਪੇ ਉਹਨਾਂ ਨੂੰ ਐਕਸਪਲੇਨੇਸ਼ਨ ਹੀ ਨਹੀਂ ਮਿਲਿਆ ਹੈਗਾ ਪੇ ਕਾਹਤੇ ਇਹਨਾਂ ਨੂੰ ਕੀ ਬਿਮਾਰੀ ਹੈਗੀ ਆ, ਕੀ ਇਲਾਜ ਹੈਗਾ ਆ, ਕਿੱਦਾਂ ਇਲਾਜ ਦਾ ਕਰਨਾ ਆ। ਤਾਂ ਫਿਰ ਉਹਦੇ ਵਿੱਚ ਜੇ ਐਕਸਪਲੇਨੇਸ਼ਨ ਹੀ ਨਹੀਂ ਹੋਈ ਮਰੀਜ਼ ਨੂੰ, ਉਹਦੇ ਕਰਕੇ ਵੀ ਅਪਸੈਟ ਹੋ ਜਾਂਦੇ ਆ। ਤਾਂ ਫਿਰ ਜਿਹੜਾ ਸਭ ਤੋਂ ਲਾਗੇ ਹੁੰਦਾ ਆ ਯੂਜਲੀ ਜਿਹੜੀ ਨਰਸ ਹੈਗੀ ਆ, ਨਰਸ ਦੇ ਉੱਤੇ ਕੱਢਦੇ ਹੁੰਦੇ ਆ। ਕਈ ਵਾਰੀ ਹੋ ਸਕਦਾ ਆ ਜਿੱਦਾਂ ਮੈਂ ਕਹਿੰਦੀ ਸੀਗੀ ਪੇ ਉਹ ਦੂਸਰੇ ਟਾਈਮ ਜੇ ਐਮਰਜੈਂਸੀ ਨੂੰ ਜਾਈਦਾ ਆ ਤਾਂ ਉੱਥੇ ਟਾਈਮ ਬਹੁਤ ਚਿਰ ਲੱਗਦਾ ਆ। ਜਿਹੜੀ ਉਹ ਹੈਗੀ ਪ੍ਰਾਇਓਰਟੀ ਪੇ ਤੁਸੀਂ ਜਿਹੜੀ ਮਰੀਜ਼ ਜਿਹੜੇ ਸਭ ਤੋਂ ਜ਼ਿਆਦਾ ਸਿਹਤ ਖਰਾਬ ਹੈਗੀ ਆ, ਜਿਨ੍ਹਾਂ ਦੇ ਹਾਰਟ ਅਟੈਕ, ਸਾਹ ਰੁਕਿਆ ਆ, ਦਿਲ ਰੁਕਿਆ ਆ, ਪੇ ਉਹਨਾਂ ਨੂੰ ਅਸੀਂ ਪਹਿਲਾਂ ਇਲਾਜ ਕਰਨਾ ਆ। ਜਿਨ੍ਹਾਂ ਦੇ ਪੇ ਘੱਟ ਕਮਜ਼ੋਰੀ ਹੈਗੀ ਆ ਉਹਨਾਂ ਦੀ ਫਿਰ ਅਸੀਂ ਟ੍ਰੀਆਜ ਕਰਕੇ ਉਹਨਾਂ ਨੂੰ ਜ਼ਿਆਦਾ ਚਿਰ ਲੱਗਣਾ ਆ ਉਹਨਾਂ ਨੂੰ ਦੇਖਣ ਨੂੰ। ਕਈ ਜਿਹੜੇ ਆ ਜਾਂਦੇ ਆ ਉੱਥੇ ਐਮਰਜੈਂਸੀ ਨੂੰ, ਉਹ ਵਾਕਿੰਗ ਕਲੀਨਿਕ ਨੂੰ ਜਾ ਸਕਦੇ ਆ ਜਾਂ ਆਪਣੇ ਡਾਕਟਰਸ ਦੇ ਆਫਿਸ ਨੂੰ ਜਾ ਸਕਦੇ ਆ। ਪਰ ਜੇ ਉਹ ਟਾਈਮ ਹੀ ਨਹੀਂ ਉੱਥੇ ਹੈਗਾ, ਜਦ ਵਾਕਿੰਗ ਕਲੀਨਿਕ ਜਾਂ ਦੂਸਰੇ ਡਾਕਟਰਸ ਆਫਿਸ 'ਚ ਅਪੋਇੰਟਮੈਂਟ ਹੀ ਨਹੀਂ ਮਿਲਦਾ, ਫਿਰ ਉਹ ਘਰ ਬੈਠੇ ਉਹਨਾਂ ਦੀ ਬਿਮਾਰੀ ਵਧੀ ਜਾਂਦੀ ਆ। ਸੋ ਉਹ ਵੀ ਹੋ ਸਕਦਾ ਆ ਪੇ ਉਹ ਉੱਦਾਂ ਵੀ ਪੇ ਅਸੀਂ ਇੰਨਾ ਚਿਰ ਵੇਟ ਕੀਤਾ ਆ ਤਾਂ ਪੇ ਸਾਨੂੰ ਕੋਈ ਦੇਖਦਾ ਨਹੀਂ ਹੈਗਾ, ਉਹਦੇ ਕਰਕੇ ਵੀ ਗੁੱਸੇ ਹੋ ਜਾਂਦੇ ਆ। ਤਾਂ ਦੂਸਰੀ ਚੀਜ਼ ਹੈਗੀ ਆ ਪੇ ਨਰਸਿੰਗ ਸ਼ੋਰਟੇਜ ਜਿਹੜੀ ਹੈਗੀ ਆ ਹੁਣ, ਪੇ ਨਰਸਾਂ ਨੂੰ ਓਵਰ ਸਟਰੈਚ ਹੋਏ ਆ। ਘੱਟ ਨਰਸਾਂ ਆ, ਮਰੀਜ਼ ਜ਼ਿਆਦਾ ਆ। ਤਾਂ ਜਿਹੜੇ ਨਰਸਾਂ ਹੈਗੀਆਂ ਆ ਉਹਨੇ ਫਿਰ ਉਹ ਘੱਟ ਨਰਸਾਂ ਨੂੰ ਇੰਨੇ ਜ਼ਿਆਦਾ ਮਰੀਜ਼ ਦੇਖਣੇ ਪੈਣੇ। ਜਿੱਥੇ ਉਹਨਾਂ ਨੂੰ 4 ਪੇਸ਼ੈਂਟ ਦੇਖਣੇ ਸੀਗੇ, ਹੁਣ 6-7 ਪੇਸ਼ੈਂਟ ਦੇਖਦੇ ਆ। ਫਿਰ ਜਿਹੜੇ ਸਭ ਤੋਂ ਢਿੱਲੇ ਆ ਉਹਨਾਂ ਨੂੰ ਨਹੀਂ ਦੇਖਣਾ ਆ ਪਹਿਲਾਂ। ਤਾਂ ਫਿਰ ਜਿਹੜਾ ਉਹ ਕੰਮ ਹੈਗਾ ਆ 12 ਘੰਟੇ ਦੀ ਸ਼ਿਫਟ ਦੇ ਵਿੱਚ ਇੰਨਾ ਹੀ ਕੰਮ 12 ਘੰਟੇ ਹੀ ਆ, ਓਨਾ ਹੀ ਕੰਮ ਕਰ ਸਕਦੇ ਆ। ਸੋ ਨਹੀਂ ਕੋਸ਼ਿਸ਼ ਕਰਨੀ ਹੈ ਫਿਰ ਸਾਰਿਆਂ ਨੂੰ ਦੇਖਣਾ, ਪਰ ਜਿਹੜੇ ਸਭ ਤੋਂ ਜ਼ਿਆਦਾ ਢਿੱਲੇ ਆ ਉਹਨਾਂ ਨੂੰ ਪਹਿਲਾਂ ਦੇਖਣਾ ਆ ਤਾਂ ਉਹਨਾਂ ਦੇ ਪਹਿਲਾਂ ਇਲਾਜ ਕਰਨੇ ਆ। ਲੋਕੀ ਕਿਉਂ ਇਹਨਾਂ ਨਰਸਾਂ ਦੇ ਉੱਤੇ ਗੁੱਸਾ ਕੱਢ ਰਹੇ ਨੇ? ਔਰ ਕਿੱਦਾਂ ਦੀਆਂ ਵਾਇਲੈਂਸ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਮਿਲ ਰਹੀਆਂ ਨੇ?
ਵਾਇਲੈਂਸ ਤਾਂ ਕਈ ਕਿਸਮ ਦੀ ਹੁੰਦੀ ਆ, ਕਈ ਤਾਂ ਗੰਦੇ ਲਫ਼ਜ਼ ਕਹਿੰਦੇ ਆ, ਕਈ ਚੀਜ਼ਾਂ ਸੱਟਦੇ ਆ ਨਰਸਾਂ ਦੇ ਉੱਤੇ, ਖਾਣੇ ਵਾਲੀਆਂ ਟਰੇਜ਼ ਜਾਂ ਬੈੱਡ ਪੈਨ ਜਾਂ ਯੂਰੀਨਲਸ, ਇੱਦਾਂ ਦੀਆਂ ਚੀਜ਼ਾਂ ਵੀ ਸੱਟਦੇ ਆ। ਪਰ ਕਈ ਚੀਜ਼ਾਂ ਦੂਸਰੇ ਜਿੱਦਾਂ ਜਿਹੜੇ ਭਾਰ ਜੋਖਣ ਵਾਲੇ ਵੇਟਸ ਹੁੰਦੇ ਆ, ਉਹ ਵੀ ਹਿੱਟ ਕਰਦੇ ਆ ਜਾਂ ਉਹਦਾ ਮੁੱਕੇ ਵੀ ਮਾਰ ਦਿੰਦੇ ਆ, ਲੱਤਾਂ ਮਾਰਦੇ ਆ ਜਾਂ ਧੱਕੇ ਮਾਰਦੇ ਆ। ਜੋ ਵੀ ਤੁਸੀਂ ਸੋਚੋ ਸਭ ਕੁਝ ਹੋ ਚੁੱਕਿਆ ਆ। ਜਾਂ ਮੇਰੇ ਆਪ ਆਈਵ ਬਿਨ ਹਿਟ, ਮੇਰੇ ਉੱਤੇ ਥੁੱਕਿਆ ਕਈਆਂ ਗੰਦੇ ਲਫ਼ਜ਼ ਤਾਂ ਐਵਰੀਡੇ ਟਾਈਪ ਆਫ ਸਿਚੁਏਸ਼ਨ ਹੋ ਗਈ ਆ। ਪਰ ਪਤਾ ਨਹੀਂ ਕਾਹਤੇ ਲੋਕ ਸੋਚਦੇ ਆ ਵੀ ਇਹ ਠੀਕ ਆ, ਵੀ ਜਦ ਜਨਾਨੀਆਂ ਹੀ ਆ ਜ਼ਿਆਦਾ ਜਿਹੜੀਆਂ ਇੱਥੇ ਇਸ ਪ੍ਰੋਫੈਸ਼ਨ 'ਚ ਕੰਮ ਕਰਦੇ, ਵੀ ਇਹ ਸੋਚਦੇ ਵੀ ਇਹ ਐਕਸੈਪਟੇਬਲ ਹੈਗਾ ਆ। ਇਹ ਨਹੀਂ ਐਕਸੈਪਟੇਬਲ ਹੈਗਾ। ਤੁਸੀਂ ਪੁਲਿਸ ਦੇ ਵਿੱਚ, ਫਾਇਰ ਡਿਪਾਰਟਮੈਂਟ, ਬੈਂਕ ਦੇ ਵਿੱਚ, ਸਕੂਲ ਦੇ ਵਿੱਚ, ਗਰੋਸਰੀ ਸਟੋਰ ਦੇ ਵਿੱਚ ਕਿਤੇ ਨਹੀਂ ਤੁਸੀਂ ਇੱਦਾਂ ਜਾ ਕੇ ਕਰ ਸਕਦੇ। ਪਰ ਪਤਾ ਨਹੀਂ ਕਾਹਤੇ ਲੋਕ ਸੋਚਦੇ ਆ ਵੀ ਇਹ ਇੱਦਾਂ ਅਸੀਂ ਨਰਸਾਂ ਦੇ ਨਾਲ ਕਰ ਸਕਦੇ ਹਾਂ। ਇਹ ਨਹੀਂ ਐਕਸੈਪਟੇਬਲ। ਸੋ ਇਹਦੇ ਲਈ ਕੀ ਹੋ ਸਕਦਾ ਹੈ? ਕੋਈ ਸਿਕਿਉਰਿਟੀ, ਜਾਂ ਇਹ ਜਾਣਿਆ ਜਾਵੇ ਵੀ ਲੋਕ ਇਦਾਂ ਕਿਉਂ ਗੁੱਸਾ ਕੱਢ ਰਹੇ ਨੇ? ਇਹਦੇ ਲਈ ਕੋਈ ਸਿਕਿਉਰਿਟੀ ਦਾ ਕੋਈ ਬੰਦੋਬਸਤ ਕਦੀ ਨਹੀਂ ਕੀਤਾ ਗਿਆ ਵੀ ਹੈਲਥ ਵਰਕਰਾਂ ਦੇ ਉੱਤੇ ਸ਼ਰੇਆਮ ਇਸ ਤਰੀਕੇ ਨਾਲ ਹਮਲੇ ਹੋ ਜਾਂਦੇ ਨੇ? ਸੋ ਅਸੀਂ 30 ਸਾਲ ਹੋ ਗਏ ਆ 1992 ਦੇ। ਅਸੀਂ ਗਵਰਨਮੈਂਟ ਨੂੰ ਸਾਡਾ ਕੈਂਪੇਨ ਹੈਗਾ ਆ ਐਂਡ ਵਾਇਲੈਂਸ ਅਗੇਂਸਟ ਨਰਸਿਸ, ਤਾਂ ਹਾਲੇ 30 ਸਾਲ ਹੋ ਗਏ ਤਾਂ ਹਾਲੇ ਵੀ ਨਹੀਂ ਇਹ ਹਟਿਆ। ਹਾਲੇ ਵੀ ਅਸੀਂ ਇਹੀ ਗੱਲ ਕਰੀ ਜਾਂਦੇ ਹਾਂ। ਤਾਂ ਅਸੀਂ ਇਹੀ ਕਹਿੰਦੇ ਹਾਂ ਵੀ ਜਿਹੜੇ ਪ੍ਰੋਟੈਕਸ਼ਨ ਸਰਵਿਸਿਜ਼ ਸਿਕਿਉਰਿਟੀ ਆਫਿਸਰਸ ਜਾਂ ਜਿਹੜੇ ਹੈਂਡਸ ਔਨ, ਜੇ ਕੋਈ ਮਰੀਜ਼ ਜਾਂ ਉਹਨਾਂ ਦੇ ਫੈਮਿਲੀ ਮੈਂਬਰ, ਵਿਜ਼ਿਟਰ ਪੇ ਕੋਈ ਕੋਸ਼ਿਸ਼ ਕਰਦੇ ਆ ਪੇ ਨਰਸ ਨੂੰ ਇੰਜਰ ਕਰਨ ਨੂੰ, ਪੇ ਉਹ ਵਿੱਚ ਆ ਕੇ ਅਰੈਸਟਿੰਗ ਪਾਵਰ ਉਹਨਾਂ ਦੀ ਕੋਈ ਹੋਵੇ ਤਾਂ ਉਹ ਆਪ ਹੱਥ ਲਾ ਸਕਦੇ। ਹੁਣ ਜਿਹੜਾ ਹੈਗਾ ਆ, ਜਦੋਂ ਕੋਈ ਨਰਸ ਨੂੰ ਕੁਛ ਕਰਦਾ ਆ, ਸਿਕਿਉਰਿਟੀ ਗਾਰਡ ਜਿਹੜੇ ਹੈਗੇ ਉਹ ਗਾਰਡ ਆ, ਉਹ ਹੱਥ ਨਹੀਂ ਲਾ ਸਕਦੇ। ਸੋ ਫਿਰ ਵੀ ਉਹ ਨਰਸ ਨੂੰ ਹੀ ਆ ਕੇ ਹੱਥ ਲਾਉਣਾ ਪੈਣਾ, ਉਹਨੂੰ ਹੀ ਹਟਾਉਣਾ ਪੈਣਾ ਆ। ਉਹਨੇ ਫਿਰ ਜੇ ਕੋਈ ਮੈਂਟਲ ਹੈਲਥ ਪੇਸ਼ੈਂਟ ਜਾਂ ਦਵਾਈ ਜਿਹੜੀ ਦੇਣੀ ਆ ਇਲਾਜ ਲਈ ਉਹ ਦੇਣੀ ਆ, ਪਰ ਉਹ ਸਾਰੀ ਜ਼ਿੰਮੇਵਾਰੀ ਨਰਸ ਦੇ ਉੱਤੇ ਹੀ ਆ। ਕੀ ਇੱਦਾਂ ਦੇ ਜਿਹੜੇ ਅਟੈਕ ਹੈ, ਜਿਹੜੇ ਲੋਕੀ ਆਪਣਾ ਗੁੱਸਾ ਕਰ ਦਿੰਦੇ ਨੇ, ਕੀ ਉਹ ਫੀਮੇਲ ਨਰਸਾਂ ਦੇ ਉੱਤੇ ਹੀ ਜ਼ਿਆਦਾ ਕੱਢਿਆ ਗਿਆ? ਜ਼ਿਆਦਾ ਤਾਂ ਫੀਮੇਲ ਨਰਸਿਸ ਦੇ ਉੱਤੇ ਕੱਢਦੇ ਆ, ਪਰ ਮੇਲ ਨਰਸਿਸ ਦੇ ਉੱਤੇ ਵੀ ਕੱਢਦੇ ਆ। ਜਾਂ ਯੂਜਲੀ ਜਿਹੜੇ ਮੇਲ ਨਰਸਿਸ ਹੈਗੇ ਉਹ ਜਾਂਦੇ ਜਦੋਂ ਅਸੀਂ ਕੋਡ ਵਾਈਟ ਸੱਦੀ ਦਾ ਆ, ਇਹਦਾ ਮਤਲਬ ਹੈਗਾ ਆ ਵੀ ਕੋਈ ਐਮਰਜੈਂਸੀ ਹੈਗੀ ਆ ਜਿੱਥੇ ਕੋਈ ਵਾਇਲੈਂਸ ਹੈਗੀ ਆ, ਤਾਂ ਜਦੋਂ ਟੀਮ ਜਾਂਦੀ ਆ ਉਹ ਸਾਰੇ ਨਰਸਾਂ, ਤਾਂ ਹੁਣ ਜਿਹੜੇ ਰੈਸਪੀਰੇਟਰੀ ਥੈਰੇਪਿਸਟ, ਹੋਰ ਜਿਹੜੇ ਹੈਗੇ ਹਸਪਤਾਲ ਦੇ ਵਿੱਚ ਕੰਮ ਕਰਦੇ, ਉਹ ਫਿਰ ਜਾ ਕੇ ਰਿਸਪੌਂਡ ਕਰਦੇ ਆ। ਉਹਨਾਂ ਨੂੰ ਆਪ ਆਪਣੇ ਹੈਂਡਸ ਔਨ ਕਰਨਾ ਪੈਂਦਾ ਆ ਰੋਕਣ ਨੂੰ। ਸਿਕਿਉਰਿਟੀ ਨਹੀਂ, ਸਿਕਿਉਰਿਟੀ ਉੱਤੇ ਬਾਕੀਆਂ ਨੂੰ ਪਰੇ ਕਰਨ ਲਈ, ਸੇਫਟੀ ਰੱਖਣ ਲਈ ਰੱਖ ਸਕਦੇ ਆ। ਪਰ ਅਸੀਂ ਕਹਿੰਦੇ ਆ ਕਈ ਹਸਪਤਾਲ 'ਚ ਹੈਗੇ ਆ ਹੁਣ ਜਿਹੜੇ ਪ੍ਰੋਟੈਕਸ਼ਨ ਸਰਵਿਸ ਆਫਿਸਰਸ ਹੈਗੇ ਆ, ਜਿਹੜੇ ਉਹ ਪੇ ਹੱਥ ਲਾ ਸਕਦੇ ਆ। ਅਸੀਂ ਕਹਿੰਦੇ ਆ ਕਿ ਉਹ ਸਾਰੇ ਹਸਪਤਾਲਾਂ ਦੇ ਵਿੱਚ ਹੋਣਾ ਚਾਹੀਦਾ ਆ, ਜਾਂ ਪ੍ਰੋਟੈਕਸ਼ਨ ਲਈ ਸਾਡੀਆਂ ਨਰਸਾਂ ਲਈ। 30 ਸਾਲ ਤੋਂ ਤੁਸੀਂ ਕਹਿ ਰਹੇ ਹੋ ਵੀ ਇਹ ਚੱਲਦਾ ਆ ਰਿਹਾ। ਹੁਣ ਦੀ ਜੇ ਗੱਲ ਕਰੀਏ 2020 ਦੀ, ਤਾਂ ਕੀ ਇਹ ਮਾਮਲੇ ਘਟੇ ਨੇ? ਜ਼ਿਆਦਾ ਹੋ ਗਏ ਆ, ਜ਼ਿਆਦਾ ਹੋ ਗਏ ਆ। ਤਾਂ ਅਸੀਂ ਅੱਗੇ ਤਾਂ ਥੋੜ੍ਹੀਆਂ ਗੱਲਾਂ ਸੁਣੀ ਦੀਆਂ ਸੀਗੀਆਂ, ਹੁਣ ਇਹ ਡੇਲੀ ਚੀਜ਼ ਹੈਗੀ ਆ। ਤਾਂ ਜਿਹੜੀ ਸਵੇਰਿਟੀ ਜਿਹਦੇ ਨਾਲ ਇਹ ਗੱਲਾਂ ਹੁੰਦੀਆਂ ਆ, ਤਾਂ ਕਿੰਨਾ ਨੁਕਸਾਨ ਹੁੰਦਾ ਆ। ਨਰਸਾਂ ਦੇ ਮੂੰਹ ਭੰਨੇ ਹੋਏ ਆ, ਜਾਂ ਹੋਰ ਕੋਈ ਗੱਲ ਉਹਨਾਂ ਦਾ ਘੁੱਟ ਦਿੱਤਾ ਆ, ਜਾਂ ਉਹਨਾਂ ਨੂੰ ਕੋਈ ਕਮਰੇ ਦੇ ਵਿੱਚ ਬੰਦ ਕਰਕੇ, ਕਈ ਤਰ੍ਹਾਂ ਦੇ ਅਟੈਕਸ ਹੁੰਦੇ ਆ। ਤਾਂ ਉਹ ਫਿਰ ਜਿਹੜਾ ਸਾਈਕੋਲੋਜੀਕਲ ਵੀ ਇੰਪੈਕਟ ਉਹਨਾਂ ਦੇ ਉੱਤੇ ਹੁੰਦਾ ਆ, ਵੀ ਮੈਂ ਕਦੇ ਮੁੜ ਕੇ ਉੱਥੇ ਕੰਮ ਨੂੰ ਜਾਊਂਗੀ ਜੇ ਮੈਨੂੰ ਫਿਰ ਇੱਦਾਂ ਹੋ ਜਾਊਗਾ। ਤਾਂ ਜਿਹੜੇ ਉਹ ਦੇਖਦੇ ਵੀ ਆ, ਰਾਈਟ, ਜਿਹੜੇ ਨਾਲ ਕੰਮ ਕਰਦੇ, ਜਿਨ੍ਹਾਂ ਤੋਂ ਹੈਲਪ ਨਹੀਂ ਕਰ ਹੋਈ ਵੀ ਬਚਾਉਣ ਨੂੰ, ਵੀ ਉਹਨਾਂ ਦੇ ਉੱਤੇ ਵੀ ਅਸਰ ਪੈਂਦਾ ਆ। ਵੀ ਅਸੀਂ ਕੀ, ਸੋ ਅਸੀਂ ਇਹੀ ਪੁੱਛਦੇ ਹਾਂ ਵੀ ਤੁਸੀਂ ਗਵਰਨਮੈਂਟ ਨੂੰ, ਵੀ ਤੁਸੀਂ ਇਹ ਜਿਹੜੇ PSOs, ਵੀ ਤੁਸੀਂ ਇਹ ਸਾਰੇ ਸਿਕਿਉਰਿਟੀ ਜਿੰਨੇ ਵੀ ਹੈਲਥ ਅਥਾਰਟੀ ਦੇ ਵਿੱਚ ਹੈਗੇ ਆ, ਵੀ ਤੁਸੀਂ ਉੱਥੇ ਇਹਨਾਂ ਨੂੰ ਹਾਇਰ ਕਰਕੇ ਸਾਡੀਆਂ ਨਰਸਾਂ ਨੂੰ ਪ੍ਰੋਟੈਕਸ਼ਨ ਦੇਵੋ।
ਯਾ ਇਸੀ ਹੈਲਥ ਕੇਅਰ ਦੇ ਵਿੱਚ ਇੰਨੀਆਂ ਸਾਰੀਆਂ ਸਿਸਟਮ ਦੇ ਵਿੱਚ ਮੁਸ਼ਕਿਲਾਂ ਕਿਉਂ ਆ ਰਹੀਆਂ ਨੇ? ਕਿਉਂ ਹੁਣ ਤੱਕ ਡਾਕਟਰਾਂ ਨਰਸਾਂ ਦੇ ਪਰੇਸ਼ਾਨੀ ਬਾਰੇ BC ਸਰਕਾਰ ਬੇਖਬਰ ਹੈ? ਇੱਥੋਂ ਤੱਕ ਕਿ BC ਸਰਕਾਰ ਨੂੰ ਇਹ ਤੱਕ ਨਹੀਂ ਪਤਾ, ਇੱਥੋਂ ਵੀ ਕਈ BC ਸਰਕਾਰ ਦੇ ਨੁਮਾਇੰਦੇ ਬੇਖਬਰ ਨੇ ਕਿ ਨਰਸਾਂ ਦੇ ਉੱਤੇ ਹਮਲੇ ਹੋ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਚਿੰਤਾਜਨਕ ਰਿਪੋਰਟ ਕਹੀ ਜਾ ਰਹੀ ਹੈ। ਇਸ ਬਾਬਤ MLA ਜਗਰੂਪ ਬਰਾੜ ਨਾਲ ਗੱਲਬਾਤ ਕੀਤੀ, ਆਓ ਸੁਣਦੇ ਹਾਂ ਕੀ ਕੁਝ ਕਿਹਾ ਉਹਨਾਂ ਨੇ। ਸੋ ਬਹੁਤ ਸਾਰੇ ਡਾਕਟਰਾਂ ਦੇ ਨਾਲ ਨਰਸਾਂ ਦੇ ਨਾਲ ਤਕਰੀਬਨ ਸਾਡੀ ਗੱਲਬਾਤ ਹੋ ਰਹੀ ਹੈ, ਜਿਨ੍ਹਾਂ ਦੇ ਸੰਬੰਧੀ ਰਿਪੋਰਟ ਆਈ ਹੈ ਕਿ ਡਾਕਟਰ ਜਿਹੜੇ ਨੇ ਸਿਹਤ ਕਾਮੇ ਜਿੰਨੇ ਵੀ ਨੇ ਉਹ ਮੈਂਟਲ ਹੈਲਥ ਦਾ ਸ਼ਿਕਾਰ ਹੋ ਰਹੇ ਨੇ। ਜ਼ਿੰਮੇਵਾਰ ਕੌਣ ਹੈ? ਕੌਣ ਇਸ ਘਾਟ ਨੂੰ ਪੂਰਾ ਕਰੇਗਾ? ਇਹ ਕਿਉਂ ਹੋ ਰਹੇ ਨੇ? ਸਾਡੇ ਨਾਲ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਸਰਕਾਰੀ ਨੁਮਾਇੰਦੇ BC ਸਰਕਾਰੀ ਨੁਮਾਇੰਦੇ ਜਿਹੜੇ ਨੇ MLA ਜਗਰੂਪ ਬਰਾੜ ਜੀ ਜੁੜੇ ਹੋਏ ਨੇ। ਜਗਰੂਪ ਜੀ, ਬਹੁਤ ਹੀ ਚਿੰਤਾਜਨਕ ਮਾਮਲਾ ਹੈ ਜਦੋਂ ਇਹ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਜਿਨ੍ਹਾਂ ਡਾਕਟਰਾਂ ਨੇ ਮਰੀਜ਼ਾਂ ਦਾ ਇਲਾਜ ਕਰਨਾ ਹੈ ਉਹ ਡਾਕਟਰ ਹੀ ਮੈਂਟਲ ਹੈਲਥ ਦਾ ਜਿਹੜਾ ਸ਼ਿਕਾਰ ਹੋ ਰਹੇ ਨੇ। ਆਪਣੇ ਆਪ ਦੇ ਵਿੱਚ ਉਹ ਇੰਨੀ ਜ਼ਿਆਦਾ ਪਰੇਸ਼ਾਨੀ ਵਿੱਚ ਨੇ ਕਿ ਉਹ ਪੇਸ਼ਾ ਛੱਡਣ ਦੇ ਉੱਤੇ ਵਿਚਾਰ ਕਰ ਰਹੇ ਨੇ। ਜੀ ਸ਼ੈਰੀ ਜੀ, ਸਭ ਤੋਂ ਪਹਿਲਾਂ ਤੁਹਾਡਾ ਤੇ ਚੈਨਲ ਪੰਜਾਬੀ ਦਾ ਬਹੁਤ-ਬਹੁਤ ਸ਼ੁਕਰੀਆ ਮੈਨੂੰ ਮੌਕਾ ਦੇਣ ਵਾਸਤੇ। ਇਹ ਬੜਾ ਸੰਜੀਦਾ ਕੁਐਸਚਨ ਹੈ ਜਿਹੜਾ ਤੁਸੀਂ ਕੀਤਾ। ਉਹਦੇ 'ਚ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ BC ਦੇ ਵਿੱਚ ਜਿਹੜੀਆਂ 2 ਐਮਰਜੈਂਸੀ ਲੰਮਾ ਸਮਾਂ ਜਿਹੜਾ ਉਹ ਲੱਗੀਆਂ ਰਹੀਆਂ, ਇੱਕ COVID-19 ਕਰਕੇ ਔਰ ਦੂਸਰੀ ਜਿਹੜੀ ਟੌਕਸਿਕ ਡਰੱਗ ਕ੍ਰਾਈਸਿਸ ਹੈ ਜਿਹਦੇ ਕਰਕੇ ਓਵਰਡੋਜ਼ ਹੋ ਰਹੀ ਹੈ ਉਹਦੇ ਕਰਕੇ। ਔਰ ਇਸ ਕਰਕੇ ਜਿਹੜਾ ਹੈਗਾ ਸਾਡੇ ਜਿਹੜੇ ਹੈਲਥ ਕੇਅਰ ਸਿਸਟਮ ਦੇ ਉੱਤੇ ਬਹੁਤ ਵੱਡਾ ਉਹਦਾ ਇੰਪੈਕਟ ਹੋਇਆ। ਜਿਹੜੀ ਮਰੀਜ਼ਾਂ ਦੀ ਗਿਣਤੀ ਕੋਵਿਡ ਕਰਕੇ ਬਹੁਤ ਵਧੀ ਹੈ ਔਰ ਉਹਦਾ ਆਫ ਕੋਰਸ ਜਿਹੜਾ ਇੰਪੈਕਟ ਹੈ ਸਾਡੇ ਜਿਹੜੇ ਹੈਲਥ ਕੇਅਰ ਵਰਕਰਸ ਹੈਗੇ ਉਹਨਾਂ ਤੇ ਬਹੁਤ ਜ਼ਿਆਦਾ ਹੈਗਾ। ਮੈਂ ਸਭ ਤੋਂ ਪਹਿਲਾਂ ਤਾਂ ਜਿਹੜਾ ਧੰਨਵਾਦ ਕਰਦਾ BC ਦੇ ਜਿਹੜੇ ਤੁਸੀਂ ਜ਼ਿਕਰ ਕੀਤਾ ਸਾਰੇ ਜਿਹੜੇ ਹੈਲਥ ਕੇਅਰ ਵਰਕਰਸ ਨੇ, ਡਾਕਟਰ, ਨਰਸਿਸ ਤੇ ਹੋਰ ਸਾਰੇ, ਕਿ ਉਹਨਾਂ ਨੇ ਜਿਹੜਾ ਪਿਛਲੇ 2 ਸਾਲ ਵਿਸ਼ੇਸ਼ ਤੌਰ ਦੇ ਉੱਤੇ ਇੱਕ ਬਹੁਤ ਔਖੇ ਸਮੇਂ ਦੇ ਵਿੱਚ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਸਾਡੇ ਲੋਕਾਂ ਦੀ ਜਿਹੜੀ ਸੇਫਟੀ ਨੂੰ ਬਰਕਰਾਰ ਰੱਖਣ ਵਾਸਤੇ ਕੰਮ ਕੀਤਾ। ਬਹੁਤ ਮਿਹਰਬਾਨੀ ਉਹਨਾਂ ਦੀ। ਔਰ ਅਸੀਂ ਇਸ ਗੱਲ ਬਾਰੇ ਜਾਣਦੇ ਹਾਂ ਕਿ ਜਿਹੜਾ ਹੈਲਥ ਕੇਅਰ ਵਰਕਰਸ ਦੇ ਲਈ ਇਸ ਵੇਲੇ ਮੈਂਟਲ ਹੈਲਥ ਜਿਹੜੀਆਂ ਹੈਗੀਆਂ ਉਹ ਬਹੁਤ ਸੰਜੀਦਾ ਸਮੱਸਿਆਵਾਂ ਹੈਗੀਆਂ। ਇਸ ਕਰਕੇ ਉਹਨਾਂ ਦੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਹੈਗਾ ਸਰਕਾਰ ਵੱਲੋਂ ਚਲਾਇਆ ਗਿਆ। ਉਹਨੂੰ ਪ੍ਰੋਗਰਾਮ ਨੂੰ ਕਹਿੰਦੇ ਆ ਕੇਅਰ ਟੂ ਸਪੀਕ। ਕੇਅਰ ਟੂ ਸਪੀਕ ਉਹਨੂੰ ਕਹਿੰਦੇ ਆ। ਔਰ ਇਹ ਜਿਹੜਾ ਫ੍ਰੀ ਪ੍ਰੋਗਰਾਮ ਹੈ, ਕੰਪਲੀਟਲੀ ਕੰਫੀਡੈਂਸ਼ੀਅਲ ਪ੍ਰੋਗਰਾਮ ਹੈ, ਅਨਬਾਇਸਡ ਪ੍ਰੋਗਰਾਮ ਹੈਗਾ। ਇਹਨੂੰ ਐਕਸੈਸ ਕੀਤਾ ਜਾ ਸਕਦਾ ਹੈ ਵੈਬਸਾਈਟ ਦੇ ਉੱਤੇ। ਵੈਬਸਾਈਟ ਹੈਗੀ ਜੀ www.careforcaregivers.ca careforcaregivers.ca। ਇਹਦੇ ਤੇ ਐਕਸੈਸ ਕੀਤਾ ਜਾ ਸਕਦਾ ਹੈ। ਇਸੇ ਤਰੀਕੇ ਦੇ ਨਾਲ ਅਸੀਂ ਹੁਣ ਵਿਸ਼ੇਸ਼ ਜਿਹੜੀ BC ਐਮਰਜੈਂਸੀ ਸਰਵਿਸਿਜ਼ ਦੇ ਨਾਲ ਕੰਮ ਕਰ ਰਹੇ ਹਾਂ। ਖਾਸ ਕਰਕੇ ਜਿਹੜੇ ਸਾਡੇ ਪੈਰਾਮੈਡਿਕਸ ਨੇ ਜਿਹੜੇ ਸਭ ਤੋਂ ਜ਼ਿਆਦਾ ਜਿਹੜੀ ਸੰਜੀਦਾ ਸਿਚੁਏਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਾ ਕੇ ਕੰਮ ਕਰਦੇ ਆ ਤਾਂ ਕਿ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਸਰਵਿਸ ਨੇ ਉਹਨਾਂ ਨੂੰ ਬਿਹਤਰ ਕੀਤਾ ਜਾ ਸਕੇ। ਉਹਦੇ ਤੇ ਵੀ ਕੰਮ ਚੱਲ ਰਿਹਾ ਹੈ। ਔਰ ਇਸੇ ਤਰੀਕੇ ਨਾਲ ਜਿਹੜੀ ਹੈ ਆਪਣੀ ਸਰਕਾਰ ਦੀ ਇੱਕ ਵੈਬਸਾਈਟ ਹੈਗੀ ਹੈ, ਜੇ ਕਿਸੇ ਵੀ ਵਰਕਰ ਨੂੰ ਕਿਸੇ ਵੀ ਖੇਤਰ ਦੇ ਵਿੱਚ ਮੈਂਟਲ ਹੈਲਥ ਸਰਵਿਸ ਦੀ ਲੋੜ ਹੋਵੇ ਤਾਂ ਉਹਦੇ ਤੇ ਵੈਬਸਾਈਟ ਤੇ ਜਾ ਕੇ ਜਿੰਨੀਆਂ ਵੀ ਜਿਹੜੀਆਂ ਸੇਵਾਵਾਂ ਹੈਗੀਆਂ ਉੱਥੇ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਉਹ ਹੈਗੀ ਹੈ ਜੀ gov.bc.ca/mental health support। ਇਹਦੇ ਤੇ ਜਾ ਕੇ ਜਿਹੜੀ ਜਾਣਕਾਰੀ ਲਈ ਜਾ ਸਕਦੀ ਹੈ। ਮੈਂ ਇੱਕ ਵਾਰੀ ਫੇਰ ਜਿਹੜੇ ਸਾਰੇ ਵਰਕਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਔਖਾ ਸਮਾਂ ਪਰ ਸਰਕਾਰ ਵਚਨਬੱਧ ਹੈਗੀ ਹੈ ਉਹਨਾਂ ਦੀ ਮਦਦ ਕਰਨ ਦੇ ਲਈ। ਜੀ ਜਗਰੂਪ ਜੀ, ਕੋਵਿਡ ਦਾ ਅਸੀਂ ਇੱਥੇ ਹਵਾਲਾ ਦਿੱਤਾ ਹੈ। ਸਰਕਾਰੀ ਨੁਮਾਇੰਦੇ ਹੋਣ ਦੇ ਨਾਤੇ ਤੁਸੀਂ ਵੀ ਇਹ ਗੱਲ ਕੀਤੀ ਵੀ ਕੋਵਿਡ ਦੌਰਾਨ ਜਿਹੜਾ ਇਹ ਬਹੁਤ ਕੁਝ ਹੋਇਆ। ਜਦੋਂ ਅਸੀਂ ਡਾਕਟਰਾਂ, ਨਰਸਾਂ ਤੇ ਸਿਹਤ ਕਰਮਚਾਰੀਆਂ ਨਾਲ ਗੱਲ ਕਰ ਰਹੇ ਹਾਂ ਕਿ ਕੋਵਿਡ ਦੌਰਾਨ ਠੀਕ ਹੈ ਸਾਰਿਆਂ ਨੂੰ ਪਰੇਸ਼ਾਨੀਆਂ ਆਈਆਂ, ਪਰ ਉਹਨਾਂ ਦਾ ਜਵਾਬ ਇਹ ਹੈ ਕਿ ਕੋਵਿਡ ਟਾਈਮ ਦੀ ਸਮੱਸਿਆ ਨਹੀਂ ਹੈ, ਇਹ ਤਾਂ ਕੋਵਿਡ ਤੋਂ ਪਹਿਲਾਂ ਦੀ ਸਮੱਸਿਆ ਚੱਲਦੀ ਆ ਰਹੀ ਹੈ। ਡਾਕਟਰਾਂ ਦੀ ਘਾਟ ਕਰਕੇ ਉਹਨਾਂ ਨੂੰ ਡਬਲ ਸ਼ਿਫਟਾਂ ਤਾਂ ਬਹੁਤ ਪਹਿਲਾਂ ਤੋਂ ਕਰਨੀਆਂ ਪੈ ਰਹੀਆਂ। ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਇਨਕਮ ਦੇ ਵਿੱਚ ਵਾਧਾ ਨਹੀਂ ਹੋਇਆ, ਪਰ ਉਹਨਾਂ ਦੇ ਕੰਮ ਦੇ ਵਿੱਚ ਇੰਨਾ ਵਾਧਾ ਹੋਇਆ ਜਿਹਦੇ ਕਰਕੇ ਆਮ ਲੋਕ ਜਿਹੜੇ ਨੇ ਉਹ ਜਾ ਕੇ ਡਾਕਟਰਾਂ, ਨਰਸਾਂ ਦੇ ਉੱਤੇ, ਸਿਹਤ ਕਰਮਚਾਰੀਆਂ ਦੇ ਉੱਤੇ ਅਟੈਕ ਕਰ ਰਹੇ ਨੇ। ਲਾਈਕ ਮਰੀਜ਼ਾਂ ਦੇ ਵਿੱਚ ਤੇ ਡਾਕਟਰਾਂ ਦੇ ਵਿੱਚ ਆਪਸ ਦੇ ਵਿੱਚ ਧੱਕਾ ਮੁੱਕੀ ਹੋ ਰਹੀ ਹੈ ਇਸ ਐਂਜ਼ਾਈਟੀ ਕਰਕੇ, ਇਸ ਪਰੇਸ਼ਾਨੀ ਕਰਕੇ। ਕੌਣ ਜ਼ਿੰਮੇਵਾਰ ਇਸ ਦਾ? ਦੇਖੋ, ਜਿਹੜਾ ਜੇ ਆਪਾਂ ਕੋਵਿਡ ਤੋਂ ਪਹਿਲਾਂ ਦੀ ਗੱਲਬਾਤ ਕਰੀਏ, ਜਿਹੜੀ ਸਰਕਾਰ ਨੂੰ 2 ਸਾਲ ਹੋਏ ਸੀਗੇ ਜਦੋਂ ਕੋਵਿਡ ਸ਼ੁਰੂ ਹੋ ਗਿਆ ਸੀਗਾ, ਉਸ ਤੋਂ ਪਹਿਲਾਂ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰ ਨੇ ਜਿਹੜੀ ਸਭ ਤੋਂ ਵੱਧ ਜਿਹੜੀ ਹਿਸਟਰੀ ਦੇ ਵਿੱਚ ਇਨਵੈਸਟਮੈਂਟ ਕੀਤੀ ਸੀਗੀ ਹੈਲਥ ਕੇਅਰ ਦੇ ਵਿੱਚ। ਔਰ ਉਹਦੇ ਨਾਲ ਜਿਹੜੇ 12 ਹਸਪਤਾਲ ਜਿਹੜੇ ਸੀਗੇ ਨਵੇਂ ਜਾਂ ਐਡੀਸ਼ਨ ਬਣਾਉਣ ਵਾਸਤੇ ਪਲੈਨਿੰਗ ਨਾਲ ਦੀ ਨਾਲ ਤਿਆਰ ਕਰ ਦਿੱਤੀ ਗਈ ਸੀਗੀ। ਉਸੇ ਤਰੀਕੇ ਨਾਲ ਜਿਹੜੇ ਅਰਜੈਂਟ ਕੇਅਰ ਸੈਂਟਰ ਜਿਹੜੇ ਹੈਗੇ ਨਵੇਂ ਖੋਲ੍ਹੇ ਜਾ ਚੁੱਕੇ ਆ, ਕਾਫੀ ਜਿਹੜੇ 12-13 ਖੋਲ੍ਹੇ ਜਾ ਚੁੱਕੇ ਆ। ਸਟਾਫਿੰਗ ਦੀ ਸਿਚੁਏਸ਼ਨ ਵੀ ਹੈਗੀ ਹੈ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕੋਵਿਡ ਦਾ ਜਿਹੜਾ ਇੰਪੈਕਟ ਹੈ ਔਰ ਜਿਹੜੀ ਖਾਸ ਕਰਕੇ ਜਿਹੜੀ ਟੌਕਸਿਕ ਡਰੱਗ ਕ੍ਰਾਈਸਿਸ ਹੈਗਾ ਉਹਦਾ ਇੰਪੈਕਟ ਹੈਗਾ ਉਹ ਹੈਲਥ ਕੇਅਰ ਦੇ ਉੱਤੇ ਬਹੁਤ ਵੱਡਾ ਹੈ। ਕੋਵਿਡ ਕਰਕੇ
ਬਹੁਤ ਵੱਡੀ ਗਿਣਤੀ ਵਰਕਰ ਸੀਗੇ ਜਿਹੜੇ ਲੰਮਾ ਸਮਾਂ ਉਹ ਕੰਮ ਤੇ ਨਹੀਂ ਆ ਸਕੇ। ਜੀ। ਜਿਹੜੇ ਹੈਗੇ ਉਹ ਇਸ ਕਰਕੇ ਜਿਹੜਾ ਹੈਗਾ ਜਿਹੜੀ ਪੇਸ਼ੈਂਟਸ ਦੀ ਗਿਣਤੀ ਬਹੁਤ ਵੱਧ ਗਈ ਹੈ ਔਰ ਜਿਹੜੀ ਸਟਾਫਿੰਗ ਦੀ ਸਿਚੁਏਸ਼ਨ ਜਿਹੜੇ ਸਾਡੇ ਕੋਲ ਸਟਾਫ ਹੈਗਾ ਉਹ ਘਟ ਗਈ ਕਿਉਂਕਿ ਕੋਵਿਡ ਦੀ ਸਿਚੁਏਸ਼ਨ ਸੀਗੀ ਉਹਦੇ ਕਰਕੇ ਔਰ ਜਾਂ ਉਹਦੇ ਇੰਪੈਕਟਸ ਕਰਕੇ ਜਿਹੜਾ ਹੁਣ ਆਪਾਂ ਗੱਲ ਕਰ ਰਹੇ ਹਾਂ ਮੈਂਟਲ ਹੈਲਥ ਕਰਕੇ ਔਰ ਇਸ ਕਰਕੇ ਜਿਹੜੀ ਸਰਕਾਰ ਵਚਨਬੱਧ ਹੈਗੀ ਆ ਔਰ ਉਹਦੇ ਵਾਸਤੇ ਸਰਕਾਰ ਜਿਹੜੀ ਹੈਗੀ ਹੈ ਜਿੰਨੀ ਵੱਡੀ ਇਨਵੈਸਟਮੈਂਟ ਜਿਹੜੀ ਹੈਲਥ ਕੇਅਰ ਦੇ ਵਿੱਚ ਹੋਈ ਹੈ ਪਿਛਲੇ 2-2.5 ਸਾਲਾਂ ਦੇ ਵਿੱਚ ਇੰਨੀ ਵੱਡੀ ਇਨਵੈਸਟਮੈਂਟ ਪਿਛਲੇ 20 ਸਾਲ ਦੇ ਵਿੱਚ ਨਹੀਂ ਹੋਈ। ਲਗਾਤਾਰ ਜਿਹੜੀ ਇਨਵੈਸਟਮੈਂਟ ਕਰ ਰਹੇ ਹਾਂ ਔਰ ਉਸ ਤੋਂ ਅੱਗੇ ਜਾ ਕੇ ਵੀ ਜਿਹੜਾ ਵਰਕਰਾਂ ਨਾਲ ਮਿਲ ਕੇ ਜਾਂ ਹੈਲਥ ਕੇਅਰ ਪ੍ਰੋਫੈਸ਼ਨਲ ਨਾਲ ਮਿਲ ਕੇ ਅਸੀਂ ਜਿਹੜੀਆਂ ਇਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਹੋਰ ਵੀ ਕਰਾਂਗੇ। 24 ਮਾਰਚ ਤੋਂ ਬਹੁਤ ਸਾਰੀਆਂ ਜਗਰੂਪ ਜੀ ਰਿਪੋਰਟਾਂ ਦੇਖੀਆਂ ਗਈਆਂ, ਸਰਜਰੀਆਂ ਦੇ ਵਿੱਚ ਵੀ ਇਹੀ ਰਿਪੋਰਟ ਆਈ ਹੈ। ਬਹੁਤ ਸਾਰੀਆਂ ਸਰਜਰੀਆਂ ਨੇ ਪਿਛਲੇ 5-5 ਸਾਲਾਂ ਤੋਂ 3-3 ਸਾਲਾਂ ਤੋਂ ਪੈਂਡਿੰਗ ਪਈਆਂ ਹੋਈਆਂ ਨੇ। ਅਸੀਂ ਅੱਜ ਇਸ ਮੁੱਦੇ ਤੇ ਗੱਲ ਵੀ ਕੀਤੀ, ਸਾਡੇ ਨਾਲ ਕੁਝ ਆਮ ਲੋਕ ਜੁੜੇ ਜਿਨ੍ਹਾਂ ਨੇ ਇਸ ਚੀਜ਼ ਦੀ ਦੁਹਾਈ ਪਾਈ ਕਿ ਜਿਹੜੇ ਮਰੀਜ਼ ਨੇ ਉਹ ਸਰਜਰੀਆਂ ਰੁਕਣ ਦੀ ਵਜ੍ਹਾ ਕਰਕੇ ਇਹਨਾਂ ਦੀ ਡਿਲੇ ਹੋ ਰਹੀ, ਉਹਨਾਂ ਨੂੰ ਡੇਟਸ ਹੀ ਨਹੀਂ ਮਿਲ ਰਹੀਆਂ। ਉਹ ਕਹਿੰਦੇ ਜਿਹਦੇ ਕਰਕੇ ਮਰੀਜ਼ਾਂ ਨੂੰ ਆਦਤ ਪੈ ਗਈ ਉਹ ਟਾਨਾਲੋਲ ਜਾਂ ਕੁਝ ਹੋਰ ਐਡਵਿਲ ਦੀ ਗੋਲੀ ਖਾ ਕੇ ਪੇਨ ਕਿਲਰ ਖਾ ਕੇ ਰੋਕ ਰਹੇ ਨੇ ਜਿਹਦੇ ਉਹ ਐਡਿਕਟ ਹੋ ਰਹੇ ਨੇ। ਸੋ ਹਰ ਸਮੱਸਿਆ ਜਿਹੜੀ ਹੈਲਥ ਕੇਅਰ ਦੇ ਵਿੱਚ ਹੈ ਇੱਕ ਦੂਜੇ ਦੇ ਨਾਲ ਜੁੜਦੀ ਜਾ ਰਹੀ ਹੈ ਜਿਹੜੀ ਕਿ ਮਿਲ ਕੇ ਸਾਰਿਆਂ ਦੇ ਲਈ ਸਮੱਸਿਆ ਪੈਦਾ ਕਰ ਰਹੀ ਹੈ, ਜਿਹਦੇ 'ਚ ਜੇ ਡਾਕਟਰ ਵੀ ਐਂਜ਼ਾਈਟੀ ਦੇ ਵਿੱਚ ਹੋਣਗੇ, ਡਾਕਟਰ ਵੀ ਪਰੇਸ਼ਾਨ ਹੋਣਗੇ ਤਾਂ ਮਰੀਜ਼ਾਂ ਲਈ ਵੀ ਉਹ ਬਹੁਤ ਵੱਡੀ ਚਿੰਤਾ ਦਾ ਕਾਰਨ ਹੈ। ਮਰੀਜ਼ਾਂ ਦਾ ਇਲਾਜ ਹੀ ਸਹੀ ਨਹੀਂ ਹੋਏਗਾ। ਜੀ ਸ਼ੈਰੀ ਤੁਸੀਂ ਬਿਲਕੁਲ ਜਿਹੜਾ ਠੀਕ ਸਵਾਲ ਪੁੱਛਿਆ। ਆਪਾਂ ਇਹ ਗੱਲ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਚੋਂ ਗੁਜ਼ਰ ਰਹੇ ਹਾਂ, ਅਸੀਂ ਕੋਵਿਡ-19 ਦੇ ਵਿੱਚੋਂ ਹਾਲੇ ਬਾਹਰ ਨਹੀਂ ਆਏ। ਹਾਲੇ ਕੋਵਿਡ-19 ਸਾਡੇ ਆਲੇ ਦੁਆਲੇ ਹੈਗਾ। ਕੋਵਿਡ-19 ਦੇ ਉੱਤੇ ਬਹੁਤ ਸਾਰੇ ਰਿਸੋਰਸਿਸ ਜਿਹੜੇ ਉਹ ਲਾਏ ਜਾ ਰਹੇ ਆ। ਕੋਵਿਡ-19 ਕਰਕੇ ਜੀ ਇਹਨੂੰ ਡੀਲ ਕਰਨ ਵਾਸਤੇ ਕਿਉਂਕਿ ਐਡੀ ਵੱਡੀ ਭਿਆਨਕ ਸਮੱਸਿਆ ਸੀਗੀ ਸਾਡੇ ਲਈ, ਸਾਡੀ ਸੇਫਟੀ ਲਈ, ਸਾਡੀ ਇਕਨੋਮੀ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਇਲੈਕਟਿਵ ਸਰਜਰੀ ਸੀਗੀਆਂ ਉਹ ਕੈਂਸਲ ਕੀਤੀਆਂ ਗਈਆਂ ਸੀਗੀਆਂ। ਜਦੋਂ ਹਾਲਾਤ ਥੋੜੇ ਠੀਕ ਹੋਏ ਦੁਬਾਰਾ ਫਿਰ ਸ਼ੁਰੂ ਕਰ ਦਿੱਤੀਆਂ ਗਈਆਂ ਸੀਗੀਆਂ ਬਹੁਤ ਜਲਦੀ ਦੇ ਨਾਲ। ਉਹਦੀ ਕੈਪੈਸਿਟੀ ਵੀ ਵਧਾਈ ਗਈ ਸੀਗੀ। ਜਦੋਂ ਹਾਲਾਤ ਫਿਰ ਦੁਬਾਰਾ ਖਰਾਬ ਹੋਏ ਫਿਰ ਉਹ ਜਿਹੜੀਆਂ ਕੈਂਸਲ ਕਰਕੇ ਉਹਨਾਂ ਨੂੰ ਪਾਸ ਕਰ ਦਿੱਤਾ ਗਿਆ। ਉਹਨਾਂ ਨੂੰ ਜਿਹੜੀਆਂ ਇਲੈਕਟਿਵ ਸਰਜਰੀ ਜਿਹੜੀਆਂ ਹੈਗੀਆਂ ਜਿਨ੍ਹਾਂ ਵਾਸਤੇ ਹੁਣ ਅਸੀਂ ਜਿਹੜੀ ਵੈਕਸੀਨੇਸ਼ਨ ਤਾਂ ਹੀ ਜਿਹੜੀ ਸਰਕਾਰ ਨੇ ਜ਼ੋਰ ਲਾਇਆ, ਸਾਡੀ ਜਿਹੜੀ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਵੈਕਸੀਨੇਸ਼ਨ ਹੈਗੀ ਹੈ ਕਿ ਵੈਕਸੀਨੇਸ਼ਨ ਕਰਕੇ ਸਾਡੀ ਜਿਹੜੀ ਕੋਵਿਡ-19 ਦੀ ਸਮੱਸਿਆ ਉਹ ਬਹੁਤ ਘਟ ਜਾਏਗੀ। ਉਹਨੇ ਕੋਵਿਡ-19 ਨੇ ਜਾਣਾ ਤਾਂ ਕਿਤੇ ਹੈ ਨਹੀਂ, ਸਾਡੇ ਆਲੇ ਦੁਆਲੇ ਇਹਨੇ ਰਹਿਣਾ ਔਰ ਉਹਦੇ ਕਰਕੇ ਅਸੀਂ ਦੁਬਾਰਾ ਰੀਫੋਕਸ ਜਿਹੜਾ ਸਾਡਾ ਹੈਲਥ ਕੇਅਰ ਸਿਸਟਮ ਪਹਿਲਾਂ ਜਿੱਥੇ ਸੀਗਾ ਨੋਰਮਲ ਹਾਲਾਤ ਦੇ ਵਿੱਚ ਅਸੀਂ ਉੱਥੇ ਰੀਫੋਕਸ ਕਰ ਸਕਦੇ ਹਾਂ। ਸਾਡੇ ਜਿਹੜੇ ਦੁਬਾਰਾ ਜਿਹੜੇ ਇਲੈਕਟਿਵ ਸਰਜਰੀ ਉਹ ਸ਼ੁਰੂ ਕਰ ਸਕਦੇ ਹਾਂ। ਪਰ ਅਸੀਂ ਇਹ ਨੋਰਮਲ ਹਾਲਾਤ ਦੇ ਵਿੱਚੋਂ ਨਹੀਂ ਗੁਜ਼ਰੇ। ਉਹਦੇ ਸਮੱਸਿਆਵਾਂ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਹੈਗੀਆਂ ਔਰ ਜਿਹੜੇ ਸਾਡੇ ਮਿਨਿਸਟਰ ਨੇ, ਸਾਡੇ ਜਿਹੜੇ ਪ੍ਰੋਵਿੰਸ਼ੀਅਲ ਹੈਲਥ ਅਫੀਸਰ ਨੇ ਉਹ ਦਿਨ ਰਾਤ ਇਸ ਗੱਲ ਤੇ ਕੰਮ ਕਰ ਰਹੇ ਕਿ ਅਸੀਂ ਇਸ ਨੂੰ ਬੈਸਟ ਤਰੀਕੇ ਦੇ ਨਾਲ ਕਿਵੇਂ ਜਿਹੜਾ ਹੈਗਾ ਮੈਨੇਜ ਕਰ ਸਕਦੇ ਹਾਂ। ਔਰ ਮੈਨੂੰ ਇਸ ਗੱਲ ਲਈ ਫਕਰ ਵੀ ਹੈਗਾ ਕਹਿੰਦੇ ਨੂੰ ਕਿ ਜਿਹੜਾ BC ਦੇ ਵਿੱਚ ਜਿਹੜਾ ਚਾਹੇ ਉਹ ਕੋਵਿਡ ਦੀ ਗੱਲਬਾਤ ਹੈਗੀ ਜਾਂ ਕੋਵਿਡ ਨਾਲ ਸੰਬੰਧਿਤ ਚੀਜ਼ਾਂ ਦੀ ਗੱਲਬਾਤ ਹੈਗੀ ਜਾਂ ਹੈਲਥ ਕੇਅਰ ਦੇ ਨਾਲ ਸੰਬੰਧਿਤ ਚੀਜ਼ਾਂ ਦੀ ਗੱਲਬਾਤ ਹੈਗੀ, ਵੈਕਸੀਨੇਸ਼ਨ ਦੀ ਗੱਲਬਾਤ ਕਰਦੇ ਹਾਂ, ਅਸੀਂ ਧਰਤੀ ਦੇ ਉੱਤੇ ਬਿਹਤਰੀਨ ਰਿਜ਼ਲਟ ਦੇਣ ਦੇ ਵਿੱਚ ਕਾਮਯਾਬ ਹੋਏ ਹਾਂ ਲੋਕਾਂ ਦੇ ਸਹਿਯੋਗ ਦੇ ਨਾਲ। ਲੋਕਾਂ ਨੇ ਬਹੁਤ ਵੱਡਾ ਸਹਿਯੋਗ BC ਦੇ ਲੋਕਾਂ ਨੇ ਦਿੱਤਾ ਔਰ ਮੈਨੂੰ ਉਮੀਦ ਹੈ ਕਿ ਅਸੀਂ ਇਹਦੇ ਵਿੱਚੋਂ ਛੇਤੀ ਨਿਕਲ ਕੇ ਅਸੀਂ ਹੋਰ ਬਿਹਤਰ ਸਰਵਿਸ ਜਿਹੜੀਆਂ ਹੈਲਥ ਕੇਅਰ ਉਹ ਕਰ ਸਕਾਂਗੇ। ਹੈਲਥ ਕੇਅਰ ਸਿਸਟਮ ਕੈਨੇਡਾ ਦਾ ਆਪਣੇ ਆਪ ਦੇ ਵਿੱਚ ਬਹੁਤ ਹੀ ਵਧੀਆ ਹਮੇਸ਼ਾ ਮੰਨਿਆ ਗਿਆ, ਪਰ ਪਿਛਲੇ ਕੁਝ ਸਾਲਾਂ ਤੋਂ ਜਿਵੇਂ ਰਿਪੋਰਟ ਆ ਰਹੀਆਂ ਨੇ ਉਹ ਆਪਣੇ ਆਪ ਦੇ ਵਿੱਚ ਚਿੰਤਾ ਪੈਦਾ ਕਰ ਰਹੀਆਂ ਨੇ ਤੇ ਹੈਲਥ ਕੇਅਰ ਸਿਸਟਮ ਦੇ ਉੱਤੇ ਸਵਾਲ ਵੀ ਖੜੇ ਕਰ ਰਹੀਆਂ ਨੇ। ਜਗਰੂਪ ਜੀ, ਹੁਣ ਜੇ ਪ੍ਰੋਵਿੰਸ ਦੀ ਐਡੀ ਚਿੰਤਾ ਵਾਲੀ ਖਬਰ ਆਈ ਹੈ ਜਿਹਦੇ ਤੇ ਮਰੀਜ਼ ਆਪਣੇ ਤੌਰ ਤੇ ਪਰੇਸ਼ਾਨ ਨੇ, ਡਾਕਟਰ ਆਪਣੇ ਤੌਰ ਤੇ ਪਰੇਸ਼ਾਨ ਨੇ, ਹੁਣ ਇਹਦਾ ਹੱਲ ਕੀ ਹੈ? ਤੁਹਾਨੂੰ ਲੱਗਦਾ ਕਿ ਜਿਹੜੇ ਪ੍ਰੋਗਰਾਮ ਤੁਸੀਂ ਕਹਿ ਰਹੇ ਹੋ ਲਿਆਂਦੇ ਜਾ ਰਹੇ ਨੇ ਜਾਂ ਲਿਆਂਦੇ ਜਾ ਚੁੱਕੇ ਨੇ ਉਹ ਕਿਤੇ ਨਾ ਕਿਤੇ ਕੰਮ ਆਉਣਗੇ ਤੇ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਰਿਪੋਰਟਾਂ ਤਬਦੀਲ ਹੋ ਜਾਣਗੀਆਂ? ਕਿਉਂਕਿ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਹੈ ਡਾਕਟਰਾਂ ਦੀ ਘਾਟ, ਸਿਹਤ ਕਾਮਿਆਂ ਦੀ ਘਾਟ, ਜਿਹਦੇ ਤੇ ਇਮੀਗ੍ਰੇਸ਼ਨ ਤੇ ਵੀ ਧਿਆਨ ਦੇਣਾ ਪਏਗਾ, ਐਜੂਕੇਸ਼ਨ ਤੇ ਵੀ ਧਿਆਨ ਦੇਣਾ ਪਏਗਾ, ਜਿਹੜੇ ਇਮੀਗ੍ਰੈਂਟਸ ਬੁਲਾਣੇ ਹੈਗੇ ਨੇ ਉਹਦੇ 'ਚ ਬਹੁਤ ਜ਼ਿਆਦਾ ਧਿਆਨ ਦੇਣਾ ਪਏਗਾ। ਸੋ ਹਰ ਸੈਕਟਰ ਵੱਲ ਇਸ ਵੇਲੇ ਗੌਰ ਕਰਨਾ ਪਏਗਾ। ਸੋ ਉਹਦੇ ਲਈ ਕੀ ਤੁਹਾਡੇ ਵੱਲੋਂ ਖਾਕਾ ਤਿਆਰ ਕੀਤਾ ਗਿਆ ਵੀ ਇਹ ਸਾਰੀ ਜਿਹੜੀਆਂ ਖਾਮੀਆਂ ਨੇ ਉਹ ਜਲਦੀ ਤੋਂ ਜਲਦੀ ਸਮਾਂ ਰਹਿੰਦੇ ਦੂਰ ਕਰ ਲਈਆਂ ਜਾਣ? ਜੀ ਜਿਹੜਾ ਸ਼ਹਿਰੀ ਜਿਹੜੀ ਸਕਿੱਲ ਸ਼ਾਰਟੇਜ ਨੂੰ ਆਪਾਂ ਕਹਿੰਦੇ ਜਾਂ ਵਰਕਰਾਂ ਦੀ ਘਾਟ ਆਪਾਂ ਕਹਿ ਦਿੰਦੇ ਹਾਂ BC ਦੇ ਵਿੱਚ ਇਹ ਪ੍ਰੋਬਲਮ ਹੈਗੀ ਹੈ। ਇਹ ਗੁੱਡ ਪ੍ਰੋਬਲਮ ਇਹਨੇ BC ਦੇ ਵਿੱਚ ਇਸ ਕਰਕੇ ਵੀ ਹੈਗੀ ਹੈ ਕਿ BC ਦੀ ਜਿਹੜੀ ਇਕਨੋਮੀ ਇਸ ਵੇਲੇ ਉਹ ਧਰਤੀ ਦੇ ਉੱਤੇ ਨਹੀਂ ਬਲਕਿ ਮੁਲਕ ਦੇ ਵਿੱਚ ਬਿਹਤਰੀਨ ਹੈਗੀ ਹੈ। ਇਸ ਵੇਲੇ ਜਿਹੜੇ ਕੋਵਿਡ ਤੋਂ ਪਹਿਲਾਂ ਜਿੰਨੇ ਇੰਪਲਾਈ ਸੀਗੇ ਉਹ ਤੋਂ ਜ਼ਿਆਦਾ ਲੋਕ ਕੰਮ ਕਰ ਰਹੇ। ਸਾਡੀ ਲੋਐਸਟ ਅਨਪਲਾਇਮੈਂਟ ਹੈਗੀ ਹੈ ਔਰ ਉਹਦੇ ਵਿੱਚ ਜਿਹੜੀ ਵਰਕਰਸ ਦੀ ਘਾਟ ਆ ਉਹਦੇ ਤੇ ਸਾਡਾ ਬਹੁਤ ਵੱਡਾ ਫੋਕਸ ਹੈ ਸਰਕਾਰ ਦਾ ਕੀਤਾ ਹੋਇਆ ਤਾਂ ਕਿ ਜਿਹੜੀ ਵਰਕਰਸ ਨੂੰ ਟ੍ਰੇਨਿੰਗ ਦਿੱਤੀ ਜਾ ਸਕੇ। ਬਹੁਤ ਸਾਰੇ ਥਾਵਾਂ ਦੇ ਉੱਤੇ ਪੋਸਟ ਸੈਕੰਡਰੀ ਦੇ ਵਿੱਚ ਨਵੇਂ ਪ੍ਰੋਗਰਾਮ ਚਲਾਏ ਜਾ ਰਹੇ ਆ ਪਰ ਇਹ ਗੈਪ ਬਹੁਤ ਪਹਿਲਾਂ ਦਾ ਬਹੁਤ ਵੱਡਾ ਗੈਪ ਹੈ
ਜਿਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਉਹਨੂੰ ਇਹਦੇ ਦੋ ਢੰਗ ਨੇ ਇਹਨੂੰ ਹੱਲ ਕਰਨ ਦੇ। ਇੱਕ ਤਾਂ ਹੈਗਾ ਅਸੀਂ ਲੋਕਲੀ ਇੱਥੇ ਬੱਚੇ ਟ੍ਰੇਨ ਕਰੀਏ, ਸਾਡੇ ਜਿੰਨੇ ਹੋ ਸਕਦੇ ਆ ਕਪੈਸਿਟੀ ਮੁਤਾਬਕ ਹਰ ਖੇਤਰ ਦੇ ਵਿੱਚ, ਚਾਹੇ ਉਹ ਨਰਸਾਂ ਹੋਣ ਜਾਂ ਡਾਕਟਰ ਹੋਣ। ਦੂਸਰਾ ਹੈਗਾ ਜਿਹੜੇ ਬਾਹਰਲੇ ਮੁਲਕਾਂ ਤੋਂ ਆਏ ਹੋਏ ਪ੍ਰੋਫੈਸ਼ਨਲ ਲੋਕ ਨੇਗੇ, ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਅਸੀਂ ਉਸ ਪ੍ਰੋਫੈਸ਼ਨ ਦੇ ਵਿੱਚ ਵਾਪਸ ਕਿਵੇਂ ਲਿਆ ਸਕਦੇ ਹਾਂ। ਸੋ ਇਹ ਦੋਨੇ ਥਾਵਾਂ ਦੇ ਉੱਤੇ ਜਿਹੜੀ ਸਰਕਾਰ ਹੈ, ਸੂਬਾ ਸਰਕਾਰ ਤੇ ਫੈਡਰਲ ਸਰਕਾਰ ਰਲ ਕੇ ਕੰਮ ਕਰ ਰਹੀ ਹੈ ਕਿ ਬਾਹਰਲੇ ਮੁਲਕਾਂ ਤੋਂ ਆਏ ਜਿਹੜੇ ਪ੍ਰੋਫੈਸ਼ਨਲ ਲੋਕ ਨੇ, ਚਾਹੇ ਉਹ ਡਾਕਟਰ ਹੋਣ, ਨਰਸਿਸ ਹੋਣ, ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੇ ਪ੍ਰੋਫੈਸ਼ਨ 'ਚ ਵਾਪਸ ਆਉਣ ਵਾਸਤੇ ਜਿਹੜਾ ਉਹ ਢੰਗ ਲੱਭਿਆ ਜਾਵੇ। ਔਰ ਇਸੇ ਤਰੀਕੇ ਨਾਲ ਜਿਹੜੀ ਵੱਧ ਤੋਂ ਵੱਧ ਟ੍ਰੇਨਿੰਗ ਸਾਡੀ ਲੋਕਲੀ ਇੱਥੇ ਜਿਹੜੀ ਕਪੈਸਿਟੀ ਵਧਾ ਕੇ ਉਹਨੂੰ ਕੀਤਾ ਜਾਵੇ। ਇਹ ਦੋਨਾਂ ਦੇ ਉੱਤੇ ਸਰਕਾਰ ਜਿਹੜੀ ਕੰਮ ਇਸ ਵੇਲੇ ਉਹ ਕਰ ਰਹੀ ਹੈ। ਜੀ, ਸਿਹਤ ਕਰਮਚਾਰੀਆਂ ਨਾਲ ਹੀ ਜੁੜਦਾ ਇੱਕ ਆਖਰੀ ਸਵਾਲ ਜਗਰੂਪ ਜੀ, ਜਦੋਂ ਨਰਸਾਂ ਦੀ ਗੱਲ ਹੁੰਦੀ ਹੈ, ਸਿਹਤ ਕਰਮਚਾਰੀਆਂ ਦੀ, ਤਾਂ ਉਹਨਾਂ ਦੇ ਯੂਨੀਅਨ ਦੇ ਮੈਂਬਰਾਂ ਦਾ ਇਹ ਕਹਿਣਾ ਹੈ ਵੀ ਸਾਡੇ ਉੱਤੇ ਸ਼ਰੇਆਮ ਲੋਕ ਆਪਣਾ ਗੁੱਸਾ ਕੱਢਦੇ ਨੇ, ਸਾਡੇ ਤੇ ਅਟੈਕ ਹੋ ਰਹੇ ਨੇ। ਡਾਕਟਰਾਂ ਦੇ ਫੇਸ ਦੇ ਉੱਤੇ ਕਦੀ ਕੋਈ ਮੁੱਕਾ ਮਾਰ ਜਾਂਦਾ, ਕਦੀ ਕੋਈ ਥੁੱਕ ਜਾਂਦਾ, ਕੋਈ ਗਾਲੀ ਗਲੋਚ ਦੇ ਕੇ ਜਾ ਰਿਹਾ ਹੈ। ਸਪੈਸ਼ਲੀ ਨਰਸਾਂ ਦੀ ਇਹ ਕੰਪਲੇਂਟ ਬਹੁਤ ਜ਼ਿਆਦਾ ਆ ਰਹੀ, ਔਰ ਇਹ ਨਰਸਾਂ ਦਾ ਇਹ ਕਹਿਣਾ ਵੀ ਉਹ ਪਿਛਲੇ 30 ਸਾਲਾਂ ਤੋਂ ਸਾਡੇ ਨਾਲ ਹੁੰਦਾ ਆ ਰਿਹਾ ਹੈ, ਪਰ ਬਾਰ-ਬਾਰ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਸਾਡੀ ਸਿਕਿਉਰਿਟੀ ਲਈ ਕੁਝ ਕੀਤਾ ਜਾਏ, ਪਰ ਕੁਛ ਸਿਕਿਉਰਿਟੀ ਵਾਸਤੇ ਨਹੀਂ ਹੈ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਚਿੰਤਾ ਵਾਲੀ ਗੱਲ ਹੈ ਕਿ ਉਹਨਾਂ ਨੂੰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ। ਔਰ ਇਹ ਪੁੱਛਿਆ ਗਿਆ ਸੀ ਸਵਾਲ ਕਿ 30 ਸਾਲਾਂ ਤੋਂ ਬਾਅਦ ਅੱਜ ਸਿਚੁਏਸ਼ਨ ਕਿੱਥੇ ਹੈ। ਉਹ ਕਹਿੰਦੇ ਅੱਜ ਹੋਰ ਵੀ ਜ਼ਿਆਦਾ, 2022 ਦੇ ਵਿੱਚ ਹੋਰ ਵੀ ਜ਼ਿਆਦਾ ਸਿਹਤ ਕਰਮਚਾਰੀਆਂ ਤੇ ਹਮਲੇ ਹੋ ਰਹੇ ਨੇ। ਸੋ ਇਹਨਾਂ ਦਾ ਕਿਵੇਂ ਨਿਪਟਾਰਾ ਕੀਤਾ ਜਾਏਗਾ, ਕਿਵੇਂ ਉਹਨਾਂ ਨੂੰ ਸਿਕਿਉਰ ਕੀਤਾ ਜਾਏਗਾ? ਦੇਖੋ, ਇਹਦੇ ਬਾਰੇ ਮੇਰੇ ਕੋਲ ਮੁਕੰਮਲ ਜਾਣਕਾਰੀ ਤਾਂ ਸ਼ਹਿਰੀ ਹੈ ਨਹੀਂ ਗੀ, ਪਰ ਮੈਂ ਇਹਦੇ ਬਾਵਜੂਦ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਪਹਿਲੀ ਗੱਲ ਤਾਂ ਮੇਰੀ ਬੇਨਤੀ ਹੈਗੀ ਹੈ, ਜਿੰਨੇ ਵੀ ਅਸੀਂ ਲੋਕ ਹੈ, ਅਸੀਂ ਉੱਥੇ ਜਾਂਦੇ ਹਾਂ ਕਿ ਜਿਹੜਾ ਸਾਡੇ ਜਿਹੜੇ ਹੈਲਥ ਸਾਡਾ ਬੈਸਟ ਹੈਲਥ ਕੇਅਰ ਸਿਸਟਮ ਹੈਗਾ ਧਰਤੀ ਦੇ ਉੱਤੇ ਅੱਜ ਵੀ, ਔਰ ਜਿਹੜੇ ਸਾਡੇ ਵਰਕਰ ਨੇ ਉਹ ਵੀ ਬੈਸਟ ਨੇ ਧਰਤੀ ਦੇ ਉੱਤੇ ਅੱਜ ਵੀ। ਤੇ ਠੀਕ ਹੈ ਵੀ ਕਈ ਵਾਰੀ ਜਦੋਂ ਉੱਥੇ ਬੰਦੇ ਜਾਂਦੇ ਆ, ਲੋਕ ਪੇਸ਼ੈਂਟ ਹੁੰਦੇ ਆ, ਪੇਸ਼ੈਂਟ ਦੇ ਪੇਨ ਹੁੰਦਾ, ਦਰਦ ਹੁੰਦਾ, ਉਹੀ ਜਿਹੀਆਂ ਸਮੱਸਿਆ ਵਿੱਚ ਸਾਨੂੰ ਜਾਣਾ ਪੈਂਦਾ, ਪਰ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਆ। ਔਰ ਜਿੰਨਾ ਵੀ ਅਸੀਂ ਕਰੀਏ ਓਨਾ ਘੱਟ ਹੈ, ਕਿਉਂਕਿ ਇਹ ਸਾਨੂੰ ਇੱਕ ਕਿਸਮ ਦੀ ਨਵੀਂ ਜਾਨ ਸਾਨੂੰ ਦਿੰਦੇ ਆ। ਉੱਥੇ ਸਾਡੀ ਜਿੰਨੀ ਵਧੀਆ ਤਰੀਕੇ ਨਾਲ ਜਿਹੜੀ ਉੱਥੇ ਆਪਣੇ ਹੈਲਥ ਕੇਅਰ ਸਿਸਟਮ ਦੇ ਵਿੱਚ ਜਿਹੜੀ ਕੈਨੇਡਾ ਦੇ ਵਿੱਚ ਜਿਹੜੀ ਤੁਹਾਡੀ ਸਰਵਿਸ ਮਿਲਦੀ ਹੈ, ਮੇਰਾ ਨਹੀਂ ਖਿਆਲ ਕਿਤੇ ਆਪਾਂ ਨੂੰ ਹੋਰ ਕਿਤੇ ਮਿਲ ਸਕਦੀ ਹੈ। ਦੂਸਰੀ ਗੱਲ ਇਹ ਹੈਗੀ ਕਿ ਸਿਕਿਉਰਿਟੀ ਇਸ ਵੇਲੇ ਐਸੀ ਗੱਲ ਨਹੀਂ ਕਿ ਵੀ ਉੱਥੇ ਸਿਕਿਉਰਿਟੀ ਮੁਕੰਮਲੀ ਤੌਰ ਦੇ ਉੱਤੇ ਹੈ ਨਹੀਂ। ਹਸਪੀਟਲ ਸਿਸਟਮ ਦੇ ਵਿੱਚ ਸਿਕਿਉਰਿਟੀ ਹੁੰਦੀ ਹੈ। ਜੇ ਕੋਈ ਪੇਸ਼ੈਂਟ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਉਹ ਬੇਕਾਬੂ ਹੈ ਤਾਂ ਉਹਨੂੰ ਜਾ ਕੇ ਸਿਕਿਉਰਿਟੀ ਬਾਹਰ ਕੱਢ ਦਿੰਦੀ ਹੈ। ਪਰ ਇਹਦੇ ਬਾਵਜੂਦ ਵੀ ਇਹਨੂੰ ਆਫਕੋਰਸ ਜਿਹੜਾ ਹੈਗਾ ਇੰਪਰੂਵ ਕਰਨ ਦੀ ਲੋੜ ਹੈਗੀ ਹੈ। ਯੂਨੀਅਨ ਦੇ ਨਾਲ ਮਿਲ ਕੇ ਜਿਹੜੀ ਉਹਨਾਂ ਦੀ ਸੇਫਟੀ ਹੈ ਉਹ ਜਿਹੜੀ ਉਹਨਾਂ ਦੀ ਬਣਾਈ ਰੱਖਣਾ ਉਹ ਬਹੁਤ ਜ਼ਰੂਰੀ ਹੈਗੀ ਹੈ। ਔਰ ਉਹਨੂੰ ਇੰਪਰੂਵ ਕਰਨ ਵਾਸਤੇ ਜਿਹੜਾ ਹੈਗਾ ਅਸੀਂ ਜ਼ਰੂਰ ਮੈਂ ਜਿਹੜਾ ਇਹ ਸੁਨੇਹਾ ਆਪਣਾ ਸਰਕਾਰ ਤੱਕ ਪਹੁੰਚਾਊਂਗਾ। ਜੀ, ਥੈਂਕ ਯੂ ਸੋ ਮਚ ਜਗਰੂਪ ਬਰਾੜ ਜੀ, ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ। ਬਹੁਤ ਮਿਹਰਬਾਨੀ ਜੀ, ਇੱਕ ਵਾਰੀ ਤੁਹਾਡਾ ਤੇ ਚੈਨਲ ਪੰਜਾਬੀ ਦਾ ਮੈਨੂੰ ਮੌਕਾ ਦੇਣ ਵਾਸਤੇ। ਜਿੱਥੇ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਜਾਰੀ ਹੈ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਐਪਲ ਦੇ ਉੱਤੇ ਇਸ ਵੇਲੇ ਖਤਰੇ ਦੇ ਬੱਦਲ ਮੰਡਰਾ ਰਹੇ ਨੇ। ਜੀ ਹਾਂ, ਐਪਲ ਦੇ ਚਾਹਵਾਨ ਕਈ ਲੋਕ ਨੇ। ਜ਼ਿਆਦਾਤਰ ਐਪਲ ਆਈਫੋਨ ਤੇ 에ਅਰਪੋਡ ਜਿਹੜੇ ਨੇ ਉਹਨਾਂ ਦੀ ਵਿਕਰੀ ਬਹੁਤ ਜ਼ਿਆਦਾ ਹੁੰਦੀ ਹੈ, ਪਰ ਹੁਣ ਇਹਨਾਂ ਦੀ ਪ੍ਰੋਡਕਸ਼ਨ ਦੇ ਵਿੱਚ ਕਮੀ ਆਏਗੀ। ਇਹਨਾਂ ਦੀ ਪ੍ਰੋਡਕਸ਼ਨ ਦੇ ਵਿੱਚ ਕਮੀ ਕਿਉਂ ਆਏਗੀ, ਕੀ ਕਾਰਨ ਇਸ ਦੇ ਮੰਨੇ ਜਾ ਰਹੇ ਹੈ, ਇਸ ਸੰਬੰਧੀ ਇੱਕ ਰਿਪੋਰਟ ਨਸ਼ਰ ਕੀਤੀ ਗਈ ਹੈ। ਉਸ ਰਿਪੋਰਟ ਦੇ ਮੁਤਾਬਕ ਵੱਧ ਰਹੀ ਮਹਿੰਗਾਈ ਕਾਰਨ ਜਿਹੜੀ ਕਹਿ ਸਕਦੇ ਹਾਂ ਐਪਲ ਇੰਕ ਯੂਕਰੇਨ ਸੰਕਟ ਤੇ ਜਿਹੜੀ ਵਾਧੀ ਮਹਿੰਗਾਈ ਕਾਰਨ ਮੰਗ ਦੇ ਵਿੱਚ ਕਮੀ ਦੇ ਕਾਰਨ ਆਈਫੋਨ ਤੇ ਜਿਹੜੇ 에ਅਰਪੋਡ ਹੈ ਉਹ ਉਤਪਾਦਨ ਨੂੰ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਕੁਝ ਰਿਪੋਰਟਾਂ ਇਸ ਸੰਬੰਧੀ ਸੂਤਰਾਂ ਦੇ ਹਵਾਲੇ ਤੋਂ ਨਸ਼ਰ ਕੀਤੀਆਂ ਗਈਆਂ। ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਨੇ ਅਗਲੀ ਤਿਮਾਹੀ ਦੇ ਵਿੱਚ ਅਸਲ ਯੋਜਨਾ ਦੇ ਮੁਕਾਬਲੇ 20% ਘੱਟ ਆਈਫੋਨ SES ਤੇ 2 ਮਿਲੀਅਨ ਤੋਂ 3 ਮਿਲੀਅਨ ਯੂਨਿਟਾਂ ਦਾ ਉਤਪਾਦਨ ਕਰਨ ਦੀ ਯੋਜਨਾ ਬਣਾਈ ਹੈ। ਉਹਨਾਂ ਅੱਗੇ ਕਿਹਾ ਹੈ ਕਿ ਐਪਲ ਨੇ 에ਅਰਪੋਡਸ ਦੇ ਲਈ 2020 ਦੇ ਆਰਡਰ ਵੀ 10 ਮਿਲੀਅਨ ਯੂਨਿਟਾਂ ਤੋਂ ਘੱਟ ਕੀਤੇ ਨੇ। ਐਪਲ, ਜਿਸ ਦੇ ਸ਼ੇਅਰ ਪ੍ਰੀ ਮਾਰਕੀਟ ਵਪਾਰ ਦੇ ਵਿੱਚ ਲਗਭਗ 2% ਹੇਠਾਂ ਸਨ, ਨੇ ਅਜੇ ਤੱਕ ਤਾਂ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ। ਕਮਜ਼ੋਰ ਮੰਗ ਦੀਆਂ ਖਬਰਾਂ ਮਾਹਰਾਂ ਦੀ ਭਵਿੱਖਬਾਣੀ ਨੂੰ ਦਰਸਾਉਂਦੀਆਂ ਨੇ, ਜਿਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਚੀਨੀ ਸ਼ਹਿਰਾਂ ਦੇ ਵਿੱਚ ਕੋਵਿਡ-19 ਲਾਕਡਾਊਨ ਤੇ ਯੂਕਰੇਨ ਸੰਘਰਸ਼ ਕਾਰਨ ਮਹਿੰਗਾਈ ਦੇ ਵਿੱਚ ਵਾਧਾ ਇਸ ਸਾਲ ਸਮਾਰਟਫੋਨ ਦੀ ਮੰਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮਾਹਰਾਂ ਨੇ ਕਿਹਾ ਹੈ ਕਿ ਐਪਲ ਖਾਸ ਤੌਰ ਤੇ ਲੇਟੈਸਟ SE ਦੇ ਲਈ ਡਿਜ਼ਾਈਨ ਅਪਗ੍ਰੇਡ ਦੀ ਘਾਟ ਤੇ 2020 ਮਾਡਲ ਤੋਂ ਇਸ ਦੀ ਕੀਮਤ ਦੇ ਵਿੱਚ $30 ਦੇ ਵਾਧੇ ਤੋਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਮੈਂਗਥਾਈ ਕੋ ਇੰਟਰਨੈਸ਼ਨਲ ਸਿਕਿਉਰਿਟੀ ਨੇ ਇਸ ਸਾਲ ਆਈਫੋਨ SE ਲਈ ਆਪਣੇ ਸ਼ਿਪਮੈਂਟ ਅੰਦਾਜ਼ੇ ਨੂੰ ਘਟਾ ਕੇ 15 ਮਿਲੀਅਨ ਤੋਂ 20 ਮਿਲੀਅਨ ਯੂਨਿਟਾਂ ਦੇ ਵਿਚਕਾਰ ਕਰ ਦਿੱਤਾ ਹੈ, ਜੋ ਪਹਿਲਾਂ 25 ਮਿਲੀਅਨ ਤੋਂ 30 ਮਿਲੀਅਨ ਯੂਨਿਟ ਸੀ। ਇਹ ਆਈਫੋਨ SE 2020 ਦੇ ਨਾਲ ਬਹੁਤ ਮਿਲਦਾ ਜੁਲਦਾ ਹੈ, ਜੋ ਕਿ ਆਈਫੋਨ 8 ਦਾ ਦੂਜਾ ਨਵਾਂ ਰੂਪ ਹੈ ਤੇ ਇਸ ਰਾਹੀਂ ਕੰਜ਼ਿਊਮਰ ਮੰਗ ਦੀ ਸੰਭਾਵਨਾ ਜਗਾਉਣ ਦੀ ਜਿਹੜੀ ਹੈ ਉਹ ਘੱਟ ਹੈ।
ਤਾਈਵਾਨ ਬੇਸਡ ਆਈਐਸਏ ਖੋਜਕਰਤਾਵਾਂ ਨੇ ਕਿਹਾ ਕਿ ਮਾਡਲ ਦੇ ਲਈ ਉਸ ਦੇ ਸਾਬਕਾ ਅਨੁਮਾਨ ਦੀ ਵਿਕਰੀ ਦੇ ਵਿੱਚ 5 ਮਿਲੀਅਨ ਯੂਨਿਟਾਂ ਦੀ ਕਟੌਤੀ ਕੀਤੀ ਹੈ। ਐਪਲ ਵੱਲੋਂ ਇਸ ਸਾਲ ਦੇ ਅੰਤ ਵਿੱਚ ਇੱਕ ਬਿਲਕੁਲ ਨਵਾਂ ਆਈਫੋਨ ਜਿਹੜਾ ਉਹ ਲਾਈਨਅਪ ਲਾਂਚ ਕਰਨ ਦੀ ਉਮੀਦ ਹੈ, ਪਰ ਮਾਹਰ ਕਹਿੰਦੇ ਨੇ ਕਿ ਆਉਣ ਵਾਲੀ ਰੇਂਜ ਤੇ ਕਿਸੇ ਵੀ ਪ੍ਰਭਾਵ ਦੀ ਭਵਿੱਖਬਾਣੀ ਕਰਨਾ ਫਿਲਹਾਲ ਜਲਦਬਾਜ਼ੀ ਹੋ ਸਕਦੀ ਹੈ। ਜਿੱਥੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਜਦੋਂ ਦੀ ਫਰਵਰੀ 24 ਤੋਂ ਰਸ਼ੀਆ ਵੱਲੋਂ ਯੂਕਰੇਨ ਦਾ ਇਨਵੇਜਨ ਕੀਤਾ ਗਿਆ ਹੈ, ਇਹ ਲੜਾਈ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਲੋਕ ਜਿਹੜੇ ਨੇ ਦੁਨੀਆ ਭਰ ਵਿੱਚ ਫਿਕਰਮੰਦ ਹੋਏ ਨੇ। ਖਾਸ ਕਰਕੇ ਅਲਬਰਟਾ ਦੇ ਵਿੱਚ, ਜਿੱਥੇ ਯੂਕਰੇਨੀਅਨ ਭਾਈਚਾਰਾ ਵੱਡੀ ਗਿਣਤੀ ਵਿੱਚ ਬਹੁਤ ਲੰਬੇ ਅਰਸੇ ਤੋਂ ਰਹਿ ਰਿਹਾ ਹੈ, ਤੇ ਹੁਣ ਜਦੋਂ ਉੱਥੇ ਲੜਾਈ ਦੀਆਂ ਤਸਵੀਰਾਂ ਲੋਕ ਦੇਖ ਰਹੇ ਨੇ ਤੇ ਉਹਦੇ ਤੋਂ ਲੋਕੀ ਭਾਵੁਕ ਵੀ ਹੋ ਰਹੇ ਨੇ ਔਰ ਉਹਨਾਂ ਨੂੰ ਲੱਗਦਾ ਵੀ ਸਾਨੂੰ ਕੁਝ ਕਰਨਾ ਚਾਹੀਦਾ ਹੈ। ਤੇ ਸਾਡੇ ਇੱਥੋਂ ਦੇ ਸ਼ਹਿਰ ਦੇ ਜੀ ਦੋ ਪੋਲੀਟੀਸ਼ੀਅਨਸ ਜਿਹੜੇ ਨੇ, ਇੱਕ ਤੇ ਸਾਬਕਾ ਪ੍ਰੀਮੀਅਰ ਮਿਸਟਰ ਸਟੈਲਮੈਕ ਔਰ ਦੂਸਰੇ ਟਾਮਸ ਲੁਕਾਜ਼ਕ ਖੁਰੀ ਜਿਹੜੇ ਮਿਨਿਸਟਰ ਰਹਿ ਚੁੱਕੇ ਨੇ ਸੂਬੇ ਦੇ ਵਿੱਚ, ਉਹਨਾਂ ਨੇ ਗੱਲ ਸੋਚੀ ਵੀ ਸਾਨੂੰ ਕੁਝ ਨਾ ਕੁਝ ਜਿਹੜਾ ਉਹਨਾਂ ਲੋਕਾਂ ਲਈ ਕੁਝ ਕਰਨਾ ਚਾਹੀਦਾ ਹੈ। ਤੇ ਅਖੀਰ ਨੂੰ ਜੀ ਉਹਨਾਂ ਦੀਆਂ ਜਿਹੜੀਆਂ ਇਹ ਕੋਸ਼ਿਸ਼ਾਂ ਉਹ ਫਲ ਲਿਆ ਰਹੀਆਂ। ਅੱਜ ਸੋਮਵਾਰ ਦੀ ਸ਼ਾਮ 7:30 ਵਜੇ ਦੇ ਕਰੀਬ ਇੱਕ ਪੂਰਾ ਪਲੇਨ ਜਿਹੜਾ ਆ 787 ਡ੍ਰੀਮ ਲਾਈਨਰ ਉਹ ਐਡਮਿੰਟਨ ਸ਼ਹਿਰ ਵਿੱਚ ਲੈਂਡ ਕਰ ਰਿਹਾ ਹੈ ਰਿਫਿਊਜੀਜ਼ ਦੇ ਨਾਲ। ਐਗਜ਼ੈਕਟ ਨੰਬਰ ਤੇ ਨਹੀਂ ਉਹਦਾ ਪਤਾ ਲੱਗ ਰਿਹਾ, ਪਰ ਕਹਿੰਦੇ 100 ਦੇ ਕਰੀਬ ਉਹਦੇ ਵਿੱਚ ਹੋ ਸਕਦਾ ਰਿਫਿਊਜੀ ਇੱਥੇ ਆਉਣ, ਜਿਨ੍ਹਾਂ ਦੇ ਰਿਸ਼ਤੇਦਾਰ ਇੱਥੇ ਪਹਿਲਾਂ ਹੀ ਉਹਨਾਂ ਨੂੰ ਉਡੀਕ ਰਹੇ ਨੇ ਔਰ ਉਹਨਾਂ ਨੇ ਉਹਨਾਂ ਦੇ ਕੋਲ ਚਲੇ ਜਾਣਾ ਹੈ। ਪਰ ਟਾਮਸ ਲੁਕਾਜ਼ਕ ਦਾ ਕਹਿਣਾ ਹੈ ਕਿ 2 ਹਫ਼ਤੇ ਪਹਿਲਾਂ ਮੇਰੇ ਦਿਮਾਗ 'ਚ ਜਦੋਂ ਇਹ ਗੱਲ ਆਈ ਤੇ ਮੈਂ ਐਡ ਸਟੈਲਮੈਕ ਹੋਰਾਂ ਨੂੰ ਕਿਹਾ ਕਿ ਆਪਾਂ ਕੁਝ ਕਰੀਏ, ਤੇ ਉਹਨਾਂ ਨੇ ਜੀ ਇਹ ਲੋਕਾਂ ਲਈ ਸਮੱਗਰੀ ਇਕੱਠੀ ਕਰਨੀ ਸ਼ੁਰੂ ਕੀਤੀ। ਤੇ ਉਹ ਹੁਣ ਜਿਹੜਾ ਜਹਾਜ਼ ਉਹ ਕਹਿੰਦੇ ਵੀ ਰਿਫਿਊਜੀਜ਼ ਲੈ ਕੇ ਇੱਥੇ ਆ ਰਿਹਾ, ਪਰ ਉਹੋ ਹੀ ਜਹਾਜ਼ ਲੱਦ ਕੇ ਸਮਾਨ ਦੇ ਨਾਲ ਵਾਪਸ ਭੇਜਿਆ ਜਾਏਗਾ। ਇਹ ਜਿਹੜਾ ਜਹਾਜ਼ ਹੈ ਜੀ, ਇਹ ਪੋਲੈਂਡ ਦੀ ਏਅਰਲਾਈਨ ਆ ਉਹਨਾਂ ਵੱਲੋਂ ਮੁਹੱਈਆ ਕੀਤਾ ਗਿਆ ਔਰ ਨਾਲ ਦੀ ਨਾਲ ਸ਼ੈਲ ਜਿਹੜੀ ਡੱਚ ਸ਼ੈਲ ਕੰਪਨੀ ਹੈਗੀ ਆ ਉਹਨਾਂ ਵੱਲੋਂ 40 ਟਨ ਜਿਹੜਾ ਫਿਊਲ ਹੈਗਾ ਉਹ ਦਿੱਤਾ ਗਿਆ ਹੈ। ਤੇ ਐਡਮਿੰਟਨ ਇੰਟਰਨੈਸ਼ਨਲ ਏਅਰਪੋਰਟ ਨੇ ਇਸ ਫਲਾਈਟ ਲਈ ਜਿੰਨੇ ਵੀ ਖਰਚੇ ਹੁੰਦੇ ਆ ਉਹ ਸਾਰੇ ਇੱਥੇ ਲੈਂਡ ਕਰਨ ਲਈ ਉਹ ਉਹਨਾਂ ਨੇ ਮਾਫ ਕਰ ਦਿੱਤੇ ਨੇ। ਇਹਦੇ ਵਿੱਚ ਬਹੁਤ ਸਾਰਾ ਸਮਾਨ ਜਿਹੜਾ ਲੋੜੀਂਦਾ ਸਮਾਨ ਆ ਜੀ ਉਹ ਭੇਜਿਆ ਜਾਵੇਗਾ। ਲੁਕਾਜ਼ਕ ਖੁਰੀ ਕਹਿੰਦੇ ਕਿ ਮੈਨੂੰ ਆਪਣੇ ਦਿਨ ਯਾਦ ਆ ਰਹੇ ਨੇ ਜਦੋਂ ਕਹਿੰਦੇ ਮੈਂ 1982 ਦੇ ਵਿੱਚ ਐਜ਼ ਏ ਰਿਫਿਊਜੀ ਸਿਡਨੀ ਨੋਵਾ ਸਕੋਸ਼ੀਆ ਦੇ ਵਿੱਚ ਉਤਰਿਆ ਸੀਗਾ। ਸੋ ਇਸ ਕਰਕੇ ਮੈਂ ਉਹਨਾਂ ਰਿਫਿਊਜੀਜ਼ ਦਾ ਜਿਹੜਾ ਦਰਦ ਆ ਉਹ ਮਹਿਸੂਸ ਕਰਦਾ ਕਿ ਉਹ ਕੀ ਸੋਚ ਰਹੇ ਨੇ ਇਸ ਵੇਲੇ, ਔਰ ਇਸ ਕਰਕੇ ਉਹਨਾਂ ਦੀ ਮਦਦ ਲਈ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ। ਕਹਿੰਦੇ ਵੀ ਸਮਾਨ ਸਾਡੇ ਪਾਸ ਕਾਫੀ ਇਕੱਠਾ ਹੋ ਗਿਆ, ਜਿਹੜਾ ਤੇ ਇਸ ਜਹਾਜ਼ ਵਿੱਚ ਚਲਾ ਗਿਆ ਵਾਪਸ ਠੀਕ ਆ, ਔਰ ਜਿਹੜਾ ਬਾਕੀ ਸਮਾਨ ਆ ਉਹ ਕਹਿੰਦੇ ਜੀ ਅਸੀਂ ਇਹ ਸ਼ਿਪ ਰਾਹੀਂ ਭੇਜਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਨੂੰ ਡਰ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯੂਕਰੇਨ ਦੇ ਵਿੱਚ ਜਿਹੜਾ ਖਾਣ ਵਾਲਾ ਸਮਾਨ ਆ ਉਹ ਮੁੱਕਦਾ ਜਾ ਰਿਹਾ, ਉਹਦੇ ਲਈ ਉਹ ਫਿਕਰਮੰਦ ਨੇ। ਪਰ ਜਿਹੜੇ ਹੋਰ ਜਿਹੜਾ ਸਮਾਨ ਆ ਇਸ ਵੇਲੇ ਉਹ ਉਹਨਾਂ ਪਾਸ ਕਾਫੀ ਜਮ੍ਹਾਂ ਹੋਇਆ ਹੈ ਜੀ, ਤੇ ਉਹ ਇਸ ਗੱਲੋਂ ਉਹਨਾਂ ਨੂੰ ਇੱਕ ਕਿਸਮ ਦੀ ਖੁਸ਼ੀ ਆ ਕਿ ਅਸੀਂ ਉਹਨਾਂ ਲੋਕਾਂ ਦੀ ਹੈਲਪ ਵੀ ਕਰ ਰਹੇ ਹੈਗੇ ਹਾਂ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਜਿੱਥੇ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।